ਤੁਸੀਂ ਜੁੜੇ ਹੋਏ ਹੋ ਸਕਰੋਲ ਪੰਜਾਬ ਦੇ ਨਾਲ ਤੇ ਮੈਂ ਹਾਂ ਸੁਖ ਪੱਟੀਵਾਲ। ਮੇਰੇ ਨਾਲ ਮੇਰੇ ਸਹਿਯੋਗੀ ਸਿੰਮੀ ਧਾਲੀਵਾਲ ਹੋਰੀ ਮੌਜੂਦ ਨੇ। ਤਾਂ ਗੱਲ ਕਰਾਂਗੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ, ਕਿਉਂਕਿ ਸਿੰਮੀ ਅੱਜ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਇਹ ਅੱਜ ਉਸ ਮਾਮਲੇ ਦੇ ਵਿੱਚ ਉਹਦੀ ਫਰਲੋ ਆ ਜਿਹੜੀ ਉਹਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ। ਅੱਜ ਸੁਣਵਾਈ ਸੀ ਤੇ ਸੁਣਵਾਈ ਟਾਲ ਦਿੱਤੀ ਜਾਂਦੀ ਆ, 23 ਤਰੀਕ ਤੱਕ ਕਰ ਦਿੱਤੀ ਜਾਂਦੀ ਆ। ਤਾਂ ਦੇਖਿਆ ਜਾਵੇ ਜੇ ਹੁਣ ਸੁਣਵਾਈ ਹੁੰਦੀ ਵੀ ਆ ਉਸ ਮਾਮਲੇ ਤੇ 23 ਤਰੀਕ ਨੂੰ ਤਾਂ ਉਹਦਾ ਕੋਈ ਬਹੁਤਾ ਫਾਇਦਾ ਤਾਂ ਹੋਣਾ ਨਹੀਂ, ਕਿਉਂਕਿ 27 ਤਰੀਕ ਨੂੰ ਆ ਜਿਹੜੀ ਉਹਦੀ ਰਾਮ ਰਹੀਮ ਦੀ ਪਹਿਲਾਂ ਹੀ ਜੇਲ੍ਹ ਵਾਪਸੀ ਆ। ਤਾਂ ਕਿਤੇ ਨਾ ਕਿਤੇ ਸਿਮੀ ਇਹ ਗੱਲ ਕਹੀ ਜਾ ਸਕਦੀ ਆ ਕਿ ਰਾਮ ਰਹੀਮ ਨੂੰ ਜਿਸ ਕੰਮ ਦੇ ਲਈ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ ਉਹ ਆਲਰੇਡੀ ਹੋ ਚੁੱਕਿਆ। ਬਿਲਕੁਲ ਬਿਲਕੁਲ ਜਿਹੜੇ ਕੰਮ ਲਈ ਰਾਮ ਰਹੀਮ ਨੂੰ ਬਾਹਰ ਲੈ ਕੇ ਆਂਦਾ ਸੀ ਤੇ ਜਿਹੜੇ ਕੰਮ ਦੇ ਲਈ ਸਰਕਾਰਾਂ ਚਾਹੁੰਦੀਆਂ ਸੀ ਕਿ ਰਾਮ ਰਹੀਮ ਬਾਹਰ ਆ ਜਾਵੇ, ਉਹ ਕੰਮ ਪੂਰਾ ਹੋ ਚੁੱਕਿਆ। ਹੁਣ ਰਾਮ ਰਹੀਮ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਵੇ ਜਾਂ ਫਰਲੋ ਤੇ 27 ਤਰੀਕ ਤੱਕ ਬਾਹਰ ਰੱਖਿਆ ਜਾਵੇ, ਇਸ ਦਾ ਕੋਈ ਵੀ ਅਸਰ ਨਹੀਂ ਹੋਵੇਗਾ, ਕਿਉਂਕਿ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ। ਜੀ ਬਿਲਕੁਲ। ਕਿਉਂਕਿ ਬੀਜੇਪੀ ਦੀ ਜੇ ਗੱਲ ਕੀਤੀ ਜਾਵੇ, ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਹੈ। ਬੀਜੇਪੀ ਸਭ ਤੋਂ ਵੱਡਾ ਸਵਾਲ ਜੇ ਖੜਾ ਹੁੰਦਾ ਤੇ ਉਹ ਇਹ ਸਵਾਲ ਖੜਾ ਹੁੰਦਾ ਹੈ ਕਿ ਪੈਰੋਲ ਵੋਟਾਂ ਦੇ ਨੇੜੇ ਹੀ ਕਿਉਂ? ਕਿਉਂਕਿ ਪਹਿਲਾਂ ਵੀ 7 ਤੋਂ 8 ਵਾਰ ਰਾਮ ਰਹੀਮ ਪੈਰੋਲ ਲਗਾ ਚੁੱਕੇ ਸੀ, ਕਈ ਗੰਭੀਰ ਮਾਮਲੇ ਨੂੰ ਦੱਸ ਕੇ ਕਿ ਮੈਨੂੰ ਪੈਰੋਲ ਇਸ ਮਾਮਲੇ ਦੇ ਵਿੱਚ ਚਾਹੀਦੀ ਆ, ਤੇ ਪਰ ਉਦੋਂ ਪੈਰੋਲ ਨਹੀਂ ਦਿੱਤੀ ਜਾਂਦੀ। ਪੈਰੋਲ ਦਿੱਤੀ ਜਾਂਦੀ ਆ ਵੋਟਾਂ ਤੋਂ ਕੁਝ ਦਿਨ ਪਹਿਲਾਂ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਦਾ ਬਹੁਤ ਵੱਡਾ ਅਸਰ ਹੋਵੇਗਾ। ਕਿਉਂਕਿ 60 ਤੋਂ 65 ਸੀਟਾਂ ਜਿਹੜੀਆਂ ਨੇ, ਜੇ ਗੱਲ ਕਰੀ ਜਾਵੇ ਮਾਲਵਾ ਦੇ ਵਿੱਚ ਕੈਡਰ ਆ, ਡੇਰਾ ਸਾਧ ਦਾ ਡੇਰਾ ਵੋਟ ਬੈਂਕ ਜਿਹੜੀ ਆ ਤਖਤੇ ਪਲਟ ਦਿੰਦੀ ਆ, ਕੁਰਸੀ ਦੀ ਜਿਹੜੀ ਸੱਤਾ ਆ ਉਸ ਨੂੰ ਪਲਟ ਦਿੰਦੀ ਆ। ਜਿਹੜਾ ਖਾਬ ਸਜਾਈ ਰੱਖਦਾ ਆ, ਕਈ ਵਾਰ ਇਹ ਡੇਰਾਬਾਦ ਦੀ ਵੋਟ ਜਿਹੜੀ ਜਿੱਧਰ ਝੁਕਦੀ ਆ ਉਧਰ ਨੂੰ ਤਖਤੇ ਪਲਟ ਕੇ ਰੱਖ ਦਿੰਦੀ ਆ। ਤਾਂ ਫਿਰ ਇਹ ਗੱਲ ਕਿਤੇ ਵੀ ਨਕਾਰੀ ਨਹੀਂ ਜਾ ਸਕਦੀ ਕਿ ਹੁਣ ਭਾਵੇਂ ਫਰਲੋ ਮਿਲੇ, ਭਾਵੇਂ ਰਾਮ ਰਹੀਮ ਨੂੰ ਵਾਪਸ ਜੇਲ੍ਹ ਭੇਜਿਆ ਜਾਵੇ, ਇਸ ਦੇ ਨਾਲ ਕੋਈ ਵੀ ਵੱਡਾ ਫਰਕ ਜਿਹੜਾ ਨਹੀਂ ਪਵੇਗਾ। ਸਿੰਮੀ ਦੇਖਿਆ ਜਾਵੇ ਤਾਂ ਹੁਣ ਤੱਕ ਦੇਖੋ ਇਸ ਤੋਂ ਪਹਿਲਾਂ 7 ਤੋਂ 8 ਵਾਰ ਜਿਹੜੀ ਫਰਲੋ ਲਾਈ ਗਈ ਆ ਗੁਰਮੀਤ ਰਾਮ ਰਹੀਮ ਹੋਰਾਂ ਦੇ ਵੱਲੋਂ, ਤਾਂ ਹਰ ਵਾਰ ਕੋਈ ਨਾ ਕੋਈ ਉਹਦਾ ਕਾਰਨ ਦਿੱਤਾ ਗਿਆ ਸੀ, ਗੰਭੀਰ ਕਾਰਨ ਦਿੱਤਾ ਗਿਆ ਸੀ। ਇਹ 2 ਵਾਰ ਉਹਨਾਂ ਨੇ ਆਪਣੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾਗਾ, ਤਾਂ 1 ਵਾਰ ਉਹਨਾਂ ਦੇ ਵੱਲੋਂ ਹਵਾਲਾ ਆਪਣੀ ਮਾਂ ਦੀ ਸਿਹਤ ਬਿਮਾਰ ਖਰਾਬ ਹੋਣ ਦਾ ਦਿੱਤਾ ਸੀ। ਪਰ ਜਦੋਂ ਮਾਂ ਦੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ ਸੀ, ਜ਼ਰੂਰ ਜਿਹੜੀ 12 ਘੰਟੇ ਦੀ ਪੈਰੋਲ ਆ ਰਾਮ ਰਹੀਮ ਹੋਰਾਂ ਨੂੰ ਮਿਲੀ ਸੀ। ਪਰ ਜੇ ਹੁਣ ਗੱਲ ਕੀਤੀ ਜਾਵੇ ਸਿੰਮੀ, ਇਸ ਵਾਰ ਉਹਨਾਂ ਦੇ ਵੱਲੋਂ ਇਹ ਵੀ ਨਹੀਂ ਹਾਲ ਤੱਕ ਕਲੀਅਰ ਹੋ ਪਾਇਆ ਕਿ ਹਵਾਲਾ ਕਿਸ ਗੱਲ ਦਾ ਦਿੱਤਾ ਗਿਆ ਸੀਗਾ। ਜੇ ਗੱਲ ਕਰੀ ਜਾਵੇ ਇਸ ਦੀ ਕਿ ਦਲੀਲਾਂ ਕੀ ਪੇਸ਼ ਕੀਤੀਆਂ ਗਈਆਂ ਨੇ, ਇਹ ਤਾਂ ਦਲੀਲਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ। ਪਰ ਜਿਹੜੀ ਦਲੀਲ ਹੈ ਜਿਹੜੀ ਪਹਿਲਾਂ ਪੇਸ਼ ਕੀਤੀ ਗਈ ਸੀ ਉਹ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰ ਲੈਂਦੇ ਆ ਕਿ ਪਹਿਲਾਂ ਜਦੋਂ ਫਰਲੋ ਮਿਲੀ ਸੀ ਤਾਂ ਕੋਰਟ ਨੇ ਉਦੋਂ ਵੀ ਸਰਕਾਰ ਨੂੰ ਜਿਹੜਾ ਪੁੱਛਿਆ ਸੀ ਕਿ ਕਿਵੇਂ ਤੇ ਕਿਉਂ ਫਰਲੋ ਦਿੱਤੀ ਗਈ ਆ, ਇਸ ਦੀ ਜਿਹੜੀ ਆ ਪੁਸ਼ਟੀ ਕੀਤੀ ਜਾਵੇ। ਤਾਂ ਉਦੋਂ ਇਹ ਗੱਲ ਕੀਤੀ ਗਈ ਸੀ ਕਿ ਜਿਹੜੀ ਗੁੱਡ ਕੰਡਕਟ ਪ੍ਰੈਜ਼ੀਡੈਂਸ ਜਿਹੜੀ ਆ ਉਸਦੇ ਨਿਯਮਾਂ ਦੇ ਆਧਾਰ ਤੇ ਫਰਲੋ ਦਿੱਤੀ ਗਈ ਆ, ਉਹਨਾਂ ਦੇ ਆਧਾਰ ਤੇ ਫਰਲੋ ਦਿੱਤੀ ਗਈ ਆ। ਤਾਂ ਫਿਰ ਉਦੋਂ ਕੋਰਟ ਨੇ ਜਿਹੜਾ ਦੁਬਾਰਾ ਫਿਰ ਪੁੱਛਿਆ ਕਿ ਇੱਕ ਵਾਰੀ ਫਿਰ ਜਿਹੜੀ ਆ ਇਹ ਜ਼ਰੂਰ ਸਾਫ਼ ਕੀਤਾ ਜਾਵੇ ਕਿ ਰਾਮ ਰਹੀਮ ਨੂੰ ਪੈਰੋਲ ਆ ਜਿਹੜੀ ਉਹ ਕਿਉਂ ਦਿੱਤੀ ਗਈ ਆ, ਕਿਹੜੇ ਕਾਰਨਾਂ ਕਰਕੇ। ਤਾਂ ਅੱਜ ਹਰਿਆਣਾ ਹਾਈ ਕੋਰਟ ਦੇ ਵਿੱਚ ਇਹੀ ਜਿਹੜੇ ਆ ਉਹਨਾਂ ਨੇ ਤੱਥ ਜਿਹੜੇ ਉਹਨਾਂ ਦੇ ਸਾਹਮਣੇ ਰੱਖਣੇ ਸੀ ਕਿ ਇਹ ਜਾਇਜ਼ ਆ ਪੈਰੋਲ, ਬਿਲਕੁਲ, ਕਿਉਂਕਿ ਉਹਨਾਂ ਨੇ ਜਾਇਜ਼ ਕਹਿਣੀ ਹੀ ਆ, ਕਿਉਂਕਿ ਉਹਨਾਂ ਨੇ ਨਿਯਮ ਹੀ ਇਹੋ ਜਿਹੇ ਕੱਢ ਕੇ ਰੱਖ ਦਿੱਤੇ ਸਾਹਮਣੇ ਕਿ ਜਿਸ ਦੇ ਕਾਰਨ ਉਹਨਾਂ ਨੂੰ ਵੀ ਸ਼ਾਇਦ ਮੰਨਣਾ ਪਵੇ ਕਿ ਹਾਂ ਇਹ ਹੋ ਸਕਦਾ ਇਹਨਾਂ ਨਿਯਮਾਂ ਦੇ ਆਧਾਰ ਤੇ ਉਸ ਨੂੰ ਪੈਰੋਲ ਮਿਲ ਸਕਦੀ ਆ। ਬਿਲਕੁਲ ਸਿੰਮੀ, ਇੱਕ ਵਾਰ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ ਅੱਜ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਸੀ ਜਿਹੜੀ ਟਾਲ ਦਿੱਤੀ ਗਈ ਆ, ਹੁਣ 23 ਫਰਵਰੀ ਨੂੰ ਹੋਵੇਗੀ। ਇਹ ਜਿਹੜੀ ਪਟੀਸ਼ਨ ਪਾਈ ਗਈ ਸੀ ਪੰਜਾਬ ਦੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਆਜ਼ਾਦ ਚੋਣ ਲੜ ਰਹੇ ਇੱਕ ਉਮੀਦਵਾਰ ਨੇ ਪਟੀਸ਼ਨ ਪਾਈ ਸੀ, ਕਿਉਂਕਿ ਸਵਾਲ ਸਿੰਮੀ ਲਗਾਤਾਰ ਉੱਠ ਰਹੇ ਸੀ। ਜਦੋਂ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਆ ਤਾਂ ਇੱਕ ਪਲ ਦੇ ਲਈ ਜੇ ਮੰਨ ਵੀ ਲਿਆ ਜਾਵੇ ਕਿ ਉਹ ਜੇਲ੍ਹ ਦੇ ਵਿੱਚ ਉਹਨਾਂ ਦਾ ਵਤੀਰਾ ਚੰਗਾ ਸੀ, ਉਸਦੇ ਆਧਾਰ ਤੇ ਉਹਨਾਂ ਦਾ ਹੱਕ ਬਣਦਾ ਸੀ, ਤਾਂ ਫਿਰ ਚੋਣਾਂ ਤੋਂ ਪਹਿਲਾਂ ਜਾਂ ਪਿੱਛੋਂ ਵੀ ਦਿੱਤੀ ਜਾ ਸਕਦੀ ਸੀ। ਕਿਉਂਕਿ ਪਹਿਲਾਂ ਜਦੋਂ ਕੀ ਹੁੰਦਾਗਾ, ਜਦੋਂ ਕੋਈ ਅਜਿਹੇ ਮਾਮਲਿਆਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਦੇਖੋ ਕਿ ਇਨਸਾਨ ਦੇ ਰਿਸ਼ਤੇ ਨਾਤੇ ਆ ਜਿਹੜੇ ਪਹਿਲਾਂ ਆਉਂਦੇ ਨੇ। ਤਾਂ ਮਾਂ ਬਿਮਾਰ ਹੁੰਦੀ ਆ, ਸਿਰਫ ਕੁਝ ਕੁ ਘੰਟਿਆਂ ਦੀ ਜਿਹੜੀ ਆ ਪੈਰੋਲ ਦਿੱਤੀ ਜਾਂਦੀ ਆ, ਤਾਂ ਫਿਰ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਤੇ ਅੱਜ ਹੀ ਪੈਰੋਲ ਕਿਉਂ, ਹੁਣ ਹੀ ਪੈਰੋਲ ਕਿਉਂ? ਤਾਂ ਫਿਰ ਇਹ ਵੱਡੇ ਸਵਾਲ ਖੜੇ ਕਰ ਦਿੰਦੀ ਆ ਗੱਲ, ਕਿਉਂਕਿ ਉਸ ਤੋਂ ਬਾਅਦ ਪਟੀਸ਼ਨ ਪਾਈ ਗਈ ਤਾਂ ਫਿਰ ਸਵਾਲ ਪੁੱਛਣਾ ਜਾਇਜ਼ ਬਣਦਾ ਸੀ ਲੋਕਾਂ ਦਾ। ਬਿਲਕੁਲ ਸਿੰਮੀ, ਤਾਂ ਦੇਖਿਆ ਵੀ ਜਾਵੇ ਗੁਰਮੀਤ ਰਾਮ ਰਹੀਮ
ਲਗਾਤਾਰ ਹੀ ਚਰਚਾ ਦੇ ਵਿੱਚ ਬਣੇ ਰਹੇ ਨੇ। ਇੱਕ ਹਾਸੋਹੀਣਾ ਮਾਮਲਾ ਵੀ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਦੌਰਾਨ ਸਾਹਮਣੇ ਆਇਆ ਸੀ, ਜਦੋਂ ਬਾਬਾ ਜੀ ਨੇ ਆਪਣੀ ਇੱਕ ਦਾੜੀ ਦੇ ਲਈ ਇਹ ਅਪੀਲ ਮੰਗੀ ਸੀ, ਅਪੀਲ ਪਾਈ ਸੀ ਕਿ ਭਾਈ ਮੈਨੂੰ ਲੰਮਾ ਸਮਾਂ ਹੋ ਗਿਆ, 3.5 ਸਾਲ ਹੋ ਗਏ ਨੇ ਜੇਲ੍ਹ ਦੇ ਵਿੱਚ ਆਇਆ ਨੂੰ, ਮੇਰੀ ਦਾੜੀ ਚਿੱਟੀ ਹੋ ਗਈ ਆ। ਕਿਉਂਕਿ ਉਦੋਂ ਕਿਤੇ ਨਾ ਕਿਤੇ ਸੰਕੇਤ ਜ਼ਰੂਰ ਰਾਮ ਰਹੀਮ ਨੂੰ ਮਿਲ ਰਹੇ ਸੀ ਵੀ ਕਿ ਮੈਨੂੰ ਬਾਹਰ ਭੇਜਿਆ ਜਾ ਸਕਦਾ ਗਾ, ਕਿਉਂਕਿ ਚੋਣਾਂ ਨੇੜੇ ਆ ਰਹੀਆਂ ਸੀ। ਤਾਂ ਰਾਮ ਰਹੀਮ ਵੀ ਪੂਰੀ ਤਿਆਰੀ ਦੇ ਵਿੱਚ ਸੀ ਕਿ ਭਾਈ ਤੁਸੀਂ 3.5 ਸਾਲ ਮੇਰੀ ਜਾਤ ਨਹੀਂ ਪੁੱਛੀ ਤੇ ਹੁਣ ਚੋਣਾਂ ਆ ਗਈਆਂ ਨੇ, ਹੁਣ ਤੁਹਾਨੂੰ ਮੇਰੀ ਲੋੜ ਪੈਣੀ ਆ, ਤੇ ਪਰ ਪਹਿਲਾਂ ਮੇਰੀ ਦਾੜੀ ਕਾਲੀ ਕਰਵਾ ਦਿਓ। ਕੀ ਲੱਗਦਾ ਕਿ ਹੁਣ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿ ਜੇ ਬੀਜੇਪੀ ਦੀ ਸਰਕਾਰ, ਜਿਵੇਂ ਪਹਿਲਾਂ ਹੀ ਕੋਡ ਵਰਡ ਦੇ ਵਿੱਚ ਕਹਿ ਦਿੱਤਾ ਗਿਆ, ਅੰਦਰੋਂ ਖਾਤੀ ਕਹਿ ਦਿੱਤਾ ਕਿ ਤੱਕੜੀ ਤੇ ਫੁੱਲ ਵੋਟ ਪਵੇਗੀ, ਹੱਥ ਮਿਲਾਉਣਗੇ ਅਕਾਲੀ ਦਲ ਤੇ ਬੀਜੇਪੀ ਆਉਣ ਵਾਲੇ ਸਮੇਂ ਦੇ ਵਿੱਚ, ਲੱਗਦਾ ਸੰਕੇਤ ਜਿਹੜੇ ਪਹਿਲਾਂ ਹੀ ਦੇ ਦਿੱਤੇ ਗਏ ਨੇ, ਤਾਂ ਫਿਰ ਕੀ ਲੱਗਦਾ ਕਿ ਜੇ ਬੀਜੇਪੀ ਸਰਕਾਰ ਬਣਦੀ ਆ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਬਣਦੀ ਆ, ਦੋਵਾਂ ਦੀ ਭਾਈਵਾਲ ਦੀ ਸਰਕਾਰ ਬਣਦੀ ਆ, ਦੋਵੇਂ ਹੱਥ ਮਿਲਾਉਂਦੇ ਨੇ, ਕਿ ਇਹੋ ਜਿਹਾ ਕੁਝ ਹੋ ਸਕਦਾ ਕਿ ਤਖਤਾ ਪਲਟ ਕੇ ਰੱਖ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਸਜ਼ਾ ਵੀ ਮਾਫ ਹੋ ਸਕਦੀ ਆ? ਬਿਲਕੁਲ ਸਿੰਮੀ, ਹੋ ਸਕਦੀ ਹੈ ਕੇਂਦਰ ਦੇ ਵਿੱਚ, ਕਿਉਂਕਿ ਕੇਂਦਰ ਸਰਕਾਰ ਇੱਕ ਬਹੁਤ ਤਾਕਤ ਰੱਖਦੀ ਆ ਤੇ ਉਹ ਕਿਤੇ ਨਾ ਕਿਤੇ ਇਹਨਾਂ ਦੀ ਸਜ਼ਾ ਮਾਫ ਵੀ ਕਰਵਾ ਸਕਦੀ ਆ। ਬਿਲਕੁਲ ਕਰਵਾ ਸਕਦੀ ਹੈ ਸਿੰਮੀ। ਦੇਖੋ, ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੁੰਦਾ, ਜੇ ਮੰਨ ਲਓ ਸਰਕਾਰ ਦੇ ਵੱਲੋਂ ਰਾਸ਼ਟਰਪਤੀ ਨੂੰ ਅਪੀਲ ਪਾਈ ਜਾਂਦੀ ਹੈਗੀ ਕਿ ਇਹਦਾ ਵਤੀਰਾ ਚੰਗਾਗਾ, ਹੋਰ ਹਵਾਲੇ ਦਿੱਤੇ ਜਾਂਦੇ ਨੇ, ਇਹ ਤਾਂ ਜਿਹੜੀ ਸਜ਼ਾ ਉਹ ਮਾਫ ਹੋ ਸਕਦੀ ਹੈ। ਸਮਾਜ ਨੋ ਡਾਊਟ ਲੋਕਾਂ ਦੇ ਵੱਲੋਂ ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਸਮਾਜ ਸੇਵੀ ਹੈ ਇਹ। ਇੱਕ ਰਾਮ ਰਹੀਮ ਡੇਰਾ ਸਾਹਿਬ ਨੂੰ ਸਮਾਜ ਸੇਵੀ ਕਿਹਾ ਜਾਂਦਾ ਹੈ ਕਿ ਕੁੜੀਆਂ ਦੇ ਵਿਆਹ ਕਰਵਾਉਂਦਾ ਸੀ। ਕਈ ਕੁੜੀਆਂ ਨੂੰ ਨਰਕ ਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਕੇ ਇਹਨੇ ਵਿਆਹ ਕਰਵਾਇਆ, ਚੰਗੀਆਂ ਜਿਹੜੀਆਂ ਪੋਸਟਾਂ ਤੇ ਨੌਕਰੀਆਂ ਦਵਾਈਆਂ ਨੇ। ਤਾਂ ਫਿਰ ਇਹ ਵੱਡੀ ਗੱਲ ਹੋ ਜਾਂਦੀ ਆ ਕਿ ਜੇ ਹੁਣ ਬੀਜੇਪੀ ਦੀ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ, ਪਹਿਲਾਂ ਤਾਂ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਸਕਦੀ ਆ, ਪਰ ਤਖਤਾ ਪਲਟਦੇ ਆ ਦੇਰ ਨਹੀਂ ਲੱਗਦੀ। ਬਿਲਕੁਲ ਸਿੰਮੀ, ਪਰ ਇੱਕ ਗੱਲ ਆ ਜ਼ਰੂਰ ਦੇਖਿਆ ਵੀ ਜਾਵੇ, ਗੁਰਮੀਤ ਰਾਮ ਰਹੀਮ ਬੇਸ਼ੱਕ ਰਾਮ ਰਹੀਮ ਦੇ ਆਪਣੇ ਕਾਰਨਾਮੇ ਨੇ ਜਿਹੜੇ ਉਹ ਜਦੋਂ ਨੰਗੇ ਹੋਏ ਸੀ ਤਾਂ ਪਰਦੇ ਖੁੱਲੇ ਸੀ ਕਿ ਬਾਬੇ ਦੀ ਅੰਦਰੋਂ ਬਾਬਾ ਕਿੱਦਾਂ ਦਾ ਹੈਗਾ, ਬਾਬੇ ਦਾ ਜਿਹੜਾ ਦੂਜਾ ਰੂਪ ਆ ਉਹ ਕਿੱਦਾਂ ਦਾ, ਪਰ ਜੇ ਜੋ ਦੁਨਿਆਵੀ ਦੁਨੀਆ ਦੇ ਵਿੱਚ ਸਾਹਮਣੇ ਦਾ ਰੂਪ ਆ ਉਹ ਦੇਖਿਆ ਵੀ ਜਾਵੇ, ਇਹ ਤਾਂ ਇਸ ਗੱਲ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ ਕਿ ਸਮਾਜ ਸੇਵੀਆਂ ਦੇ ਵਿੱਚ ਵੀ ਇੱਕ ਚੰਗਾ ਨਾਮ ਰਾਮ ਰਹੀਮ ਦਾ ਆਉਂਦਾ। ਤੁਸੀਂ ਦੇਖੋ, ਜਦੋਂ ਕੁਝ ਸਮਾਂ ਪਹਿਲਾਂ ਸੰਗਰੂਰ ਦੇ ਵਿੱਚ ਇੱਕ ਬੱਚਾ ਬੋਰ ਦੇ ਵਿੱਚ ਡਿੱਗਿਆ ਸੀ ਤਾਂ ਪ੍ਰਸ਼ਾਸਨ ਤੋਂ ਵੀ ਫਤਿਹਵੀਰ ਪ੍ਰਸ਼ਾਸਨ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਹਰਕਤ ਦੇ ਵਿੱਚ ਡੇਰਾ ਸਿਰਸਾ ਦੇ ਪ੍ਰੇਮੀ ਆਏ ਸੀਗੇ, ਜਿਹੜਾ ਇੱਕ ਇਹਨਾਂ ਦੇ ਵੱਲੋਂ ਵਿੰਗ ਬਣਾਏ ਹੋਇਆ ਸਮਾਜ ਸੇਵਾ ਦੇ ਲਈ, ਉਹ ਹਰ ਵਕਤ ਲੋਕਾਂ ਦੀ ਸੇਵਾ ਦੇ ਲਈ ਅੱਗੇ ਆਉਂਦਾ ਰਿਹਾ। ਬੇਸ਼ੱਕ ਕਰੋਨਾ ਟਾਈਮ ਦੀ ਗੱਲ ਕਰ ਲਈ ਜਾਵੇ, ਇਹ ਜਾਂ ਜਦੋਂ ਕਿਸੇ ਤੇ ਭੀੜ ਪਈ ਆ ਤਾਂ ਇਹਨਾਂ ਦੇ ਸੇਵਕ ਅੱਗੇ ਆਉਂਦੇ ਨੇ, ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ। ਦੇਖੋ, ਚਾਹੇ ਪਿੱਠ ਪਿੱਛੇ ਕਹਿੰਦੇ ਨੇ ਕਿ ਕਈ ਵਾਰ ਚਿਹਰੇ ਤੇ ਕੁਝ ਹੋਰ ਹੁੰਦਾ ਪਰ ਦਿਲ ਦੇ ਵਿੱਚ ਕੁਝ ਹੋਰ ਹੁੰਦਾ। ਇਹੀ ਗੱਲ ਇੱਥੇ ਢੁਕਦੀ ਆ ਕਿ ਜੇ ਰਾਮ ਰਹੀਮ ਦੇ ਮਨ ਦੇ ਵਿੱਚ ਜਾਂ ਫਿਰ ਉਸਦੇ ਕਾਲੇ ਕਾਰਨਾਮੇ ਜੇ ਅੱਜ ਨੰਗੇ ਹੋਇਆ ਤਾਂ ਜਿਹੜੇ ਉਸਦੇ ਸਮਾਜ ਸੇਵੀ ਕੰਮ ਕੀਤੇ ਹੋਇਆ ਉਹਨਾਂ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਇਸ ਕਰਕੇ ਵੀ ਕਈ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਆ, ਕਿਉਂਕਿ ਆਮ ਲੋਕ, ਪਿੰਡੂ ਲੋਕ ਜ਼ਿਆਦਾ ਡੇਰਾਬਾਦ ਦੇ ਚੱਕਰ ਦੇ ਵਿੱਚ ਅਜਿਹੇ ਲੋਕ ਪੈਂਦੇ ਨੇ ਜੋ ਘੱਟ ਪੜ੍ਹੇ ਲਿਖੇ ਹੁੰਦੇ ਨੇ, ਜੋ ਪਿੰਡਾਂ ਦੇ ਤਬਕੇ ਦੇ ਹੁੰਦੇ ਨੇ, ਤੇ ਉਸ ਤੋਂ ਬਾਅਦ ਉਹ ਬੰਦੇ ਜਿਹੜੇ ਇਹਨਾਂ ਨਾਲ ਜੁੜਦੇ ਨੇ, ਡੇਰਾਬਾਦ ਦੇ ਨਾਲ ਜੁੜਦੇ ਨੇ, ਤੇ ਫਿਰ ਜੇ ਜੁੜਦੇ ਨੇ ਉਹ ਬੰਦੇ ਤਾਂ ਫਿਰ ਉਹ ਸਾਥ ਨਿਭਾਉਂਦੇ ਨੇ। ਜੇ ਅੱਜ ਜੇ ਗੱਲ ਕਰੀ ਜਾਵੇ, ਕਈ ਪਰਦੇ ਨੰਗੇ ਹੋਏ, ਕਈ ਸੱਚ ਕਾਲੇ ਸੱਚ ਜਿਹੜੇ ਆ ਰਾਮ ਰਹੀਮ ਦੇ ਸਾਹਮਣੇ ਆਏ, ਪਰ ਲੋਕ ਅੱਜ ਵੀ ਉਹਨਾਂ ਦੇ ਨਾਲ ਨੇ। 40 ਲੱਖ ਵੋਟਰ, ਬਹੁਤ ਵੱਡੀ ਗੱਲ ਹੈ ਸੁਖੇ, ਇੱਕ 40 ਲੱਖ ਵੋਟਰ ਉਹਨਾਂ ਦੇ ਨਾਲ ਅੱਜ ਨੇ। ਜਿੱਧਰ ਵੀ ਇਸ਼ਾਰਾ ਹੋਵੇਗਾ ਤਖਤਾ ਪਲਟ ਜਾਵੇਗਾ। ਹੋਇਆ ਵੀ ਇਸ਼ਾਰਾ। ਬਿਲਕੁਲ ਸਿੰਮੀ, ਦੇਖਿਆ ਵੀ ਜਾਵੇ ਜਦੋਂ 2017 ਦੀਆਂ ਚੋਣਾਂ ਸੀ ਪੰਜਾਬ ਦੇ ਵਿੱਚ ਤਾਂ ਉਸ ਵਕਤ ਕਿਹਾ ਜਾ ਰਿਹਾ ਸੀ ਕਿ ਡੇਰੇ ਦੀ ਜਿਹੜੀ ਵੋਟ ਆ ਗਈ ਉਹ ਕਰੀਬ 41 ਤੋਂ 42 ਲੱਖ ਆ, ਤੇ ਹੁਣ ਜਿਹੜੀ ਡੇਰੇ ਦੀ ਵੋਟ ਆ ਉਹ 38 ਤੋਂ 40 ਲੱਖ ਆ। ਮਤਲਬ ਰਾਮ ਰਹੀਮ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ, ਇੱਕ ਛਵੀ ਖਰਾਬ ਜ਼ਰੂਰ ਰਾਮ ਰਹੀਮ ਦੀ ਆਪਣੀ ਹੋਈ ਆ, ਪਰ ਉਸ ਤੋਂ ਬਾਅਦ ਵੀ ਜਿਹੜੇ ਸਮਰਥਕਾਂ ਦੀ ਗਿਣਤੀ ਆ ਉਹ ਕੋਈ ਜ਼ਿਆਦਾ ਨਹੀਂ ਘਟੀ ਕਹਿ ਸਕਦੇ ਆਪਾਂ। ਸਿਰਫ 1.5 ਤੋਂ 2 ਲੱਖ ਗਿਣਤੀ ਆ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚੋਂ ਸਮਰਥਕਾਂ ਦੀ ਡਾਊਨ ਹੋਈ ਆ। ਰਾਮ ਰਹੀਮ ਦੇ ਸਮਰਥਕਾਂ ਦੀ ਗਿਣਤੀ ਘਟੀ। ਹਾਂ, ਜ਼ਰੂਰ ਹੁੰਦਾ ਵੀ ਆ, ਕਿਉਂਕਿ ਕਈ ਹੁੰਦੇ ਨੇ ਜਿਹੜੇ ਕੱਟੜ ਸਮਰਥਕ ਹੁੰਦੇ ਨੇ, ਇਹ ਕਈ ਹੁੰਦੇ ਨੇ ਜਿਹੜੇ ਇਹ ਚਲੋ ਜਦੋਂ ਭੀੜ ਪਈ ਤਾਂ ਕਹਿ ਦਿੰਦੇ ਨੇ ਭਾਈ ਆਪਾਂ ਰੁੱਖ ਕਰ ਲੈਨੇ ਆ। ਕਈ ਅਜਿਹੇ ਹੁੰਦੇ ਨੇ ਮੌਕਾ ਪ੍ਰਸਤ ਹੁੰਦੇ ਨੇ। ਇਹ ਤਾਂ ਕਹਿ ਸਕਦੇ ਆ ਕਿ ਜਿਹੜੀ ਗਿਣਤੀ ਘਟੀ ਆ ਉਹਨਾਂ ਸਮਰਥਕਾਂ ਦੀ ਹੀ ਘਟੀ ਆ ਜਿਹੜੇ ਮੌਕਾ ਪ੍ਰਸਤ ਨੇ। ਬਾਕੀ ਜਿਹੜੇ ਕੱਟੜ ਸਮਰਥਕ ਨੇ ਉਹ ਅੱਜ ਵੀ ਰਾਮ ਰਹੀਮ ਹੋਰਾਂ ਦੇ ਨਾਲ ਨੇ। ਪਰ ਹੁਣ ਇੱਕ ਇਲਜ਼ਾਮ ਲੱਗੇ ਨੇ ਸਿੰਮੀ, ਇਲਜ਼ਾਮ ਲੱਗੇ ਨੇ ਜਿਹੜਾ ਡੇਰੇ ਦਾ ਸਿਆਸੀ ਵਿੰਗ ਆ ਕਿ ਭਾਈ ਇਸ ਵਾਰ ਜਿਹੜਾ ਫੈਸਲਾ ਚੋਣਾਂ ਨੂੰ ਲੈ ਕੇ ਦਿੱਤਾ ਗਿਆ ਉਹ ਗੁਰਮੀਤ ਰਾਮ ਰਹੀਮ ਹੋਰਾਂ ਦੀ ਮਰਜ਼ੀ ਦੇ ਨਾਲ ਨਹੀਂ ਦਿੱਤਾ ਗਿਆ। ਉਹਨਾਂ ਦੀ ਮਰਜ਼ੀ ਤੋਂ ਖਿਲਾਫ ਜਾ ਕੇ ਉਹਨਾਂ ਨੂੰ ਬਿਨਾਂ ਪੁੱਛੇ
ਇਹ ਫੈਸਲਾ ਦਿੱਤਾ ਗਿਆ ਸਿਆਸੀ ਵਿੰਗ ਦੇ ਵੱਲੋਂ। ਇਹ ਗੱਲ ਹਜ਼ਮ ਹੋ ਸਕਦੀ ਹੈ ਕਿ ਸਿਮੀ ਸਿਆਸੀ ਵਿੰਗ ਤੋਂ ਬਿਲਕੁਲ ਸਿਮੀ, ਇਹ ਗੱਲ ਥੋੜੀ ਹਜ਼ਮ ਹੁੰਦੀ ਤਾਂ ਲੱਗਦੀ ਆ ਕਿਉਂਕਿ ਦੇਖਿਆ ਜਾਵੇ ਇਹ ਗੁਰੂਗ੍ਰਾਮ ਦੇ ਨਾਮ ਚਰਚਾ ਘਰ ਦੇ ਵਿੱਚ ਗੁਰਮੀਤ ਰਾਮ ਰਹੀਮ ਤੀਸਰੀ ਮੰਜ਼ਲ ਦੇ ਦੂਸਰੇ ਕਮਰੇ ਦੇ ਵਿੱਚ ਗੁਰਮੀਤ ਰਾਮ ਰਹੀਮ ਬੈਠੇ ਨੇ। ਯਾਨੀ ਕਿ ਤੁਸੀਂ ਪੂਰਾ ਉੱਤੇ ਮਤਲਬ ਜਾਂਚ ਪੜਤਾਲ ਕਰਕੇ ਆਏ ਹੋ, ਤੁਸੀਂ ਉਹਨਾਂ ਨੂੰ ਮਿਲ ਕੇ ਆਏ ਹੋ। ਮੈਨੂੰ ਲੱਗਦਾ ਜਿਵੇਂ ਜਿਸ ਹਿਸਾਬ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਮਿਲ ਕੇ ਤਾਂ ਨਹੀਂ ਆਏ। ਬਿਲਕੁਲ ਸਿੰਮੀ, ਦੇਖਿਆ ਜਾਵੇ ਸਕਰੋਲ ਪੰਜਾਬ ਦੇ ਜਰੀਏ ਇਸ ਮਾਮਲੇ ਦੇ ਵਿੱਚ ਕਰੀਬ ਇੱਕ ਹਫ਼ਤਾ ਭਰ ਤੋਂ ਜਾਣਕਾਰੀ ਪ੍ਰੋਪਰ ਦਿੱਤੀ ਜਾ ਰਹੀ ਆ ਅਤੇ ਜੋ ਸਕਰੋਲ ਪੰਜਾਬ ਦੇ ਸੂਤਰਾਂ ਦੇ ਹਵਾਲੇ ਤੋਂ ਹੁਣ ਤੱਕ ਜਾਣਕਾਰੀ ਦਿੱਤੀ ਗਈ ਆ ਉਸ ਤੇ ਸਮੇਂ-ਸਮੇਂ ਤੇ ਮੋਹਰ ਵੀ ਗੁਰਮੀਤ ਰਾਮ ਰਹੀਮ ਵਾਲੇ ਮਾਮਲੇ ਦੇ ਵਿੱਚ ਲੱਗਦੀ ਰਹੀ ਆ ਕਿਉਂਕਿ ਨਾਮ ਚਰਚਾ ਘਰ ਦੇ ਇਹ ਜਿਹੜਾ ਮੁੱਖ ਗੇਟ ਤੇ ਆਪਣੇ ਸੂਤਰਾਂ ਦੇ ਵੱਲੋਂ ਹੁਣ ਵੀ ਨਜ਼ਰਾਂ ਬਣਾ ਕੇ ਰੱਖੀਆਂ ਹੋਈਆਂ ਨੇ ਕਿ ਉੱਥੇ ਕੀ ਜੋ ਹਰਕਤ ਦੇ ਵਿੱਚ ਮੌਕੇ ਤੇ ਚੱਲ ਰਿਹਾ। ਤਾਂ ਜਦੋਂ ਸਿਆਸੀ ਵਿੰਗ ਉੱਥੇ ਮੁਲਾਕਾਤ ਕਰਨ ਪਹੁੰਚਿਆ ਸੀ ਸਿੰਮੀ, ਉਸ ਵਕਤ ਵੀ ਸਕਰੋਲ ਪੰਜਾਬ ਦੇ ਜਰੀਏ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਭਾਈ ਸਿਆਸੀ ਵਿੰਗ ਦਾ 7-8 ਮੈਂਬਰਾਂ ਦਾ ਵਫਦ ਆ ਜਿਹੜਾ ਉਹ ਰਾਮ ਰਹੀਮ ਹੋਰਾਂ ਨੂੰ ਮਿਲਣ ਪਹੁੰਚਿਆਗਾ। ਪਰ ਉੱਥੇ ਮੌਜੂਦ ਪੁਲਿਸ ਕਰਮੀ ਗੇਟ ਤੇ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਪੁਲਿਸ ਕਰਮੀ ਮੌਜੂਦ ਨੇ। ਅਕਸਰ ਸਿੰਮੀ ਹੁੰਦਾ ਜਦੋਂ ਕੋਈ ਐਦਾਂ ਦਾ ਅਪਰਾਧੀ ਹੁੰਦਾਗਾ ਜਿਹੜੇ ਤੇ 2 ਕਤਲ ਦੇ ਮਾਮਲੇ ਨੇ, ਉਸ ਤੋਂ ਬਾਅਦ ਕਹਿ ਸਕਦੇ ਆ ਕਿ ਇਹ ਜੋ ਜਿੰਸੀ ਸ਼ੋਸ਼ਣ ਮਾਮਲੇ ਵੀ ਰਾਮ ਰਹੀਮ ਤੇ ਨੇ, ਉਸ ਤੋਂ ਬਾਅਦ ਪੱਤਰਕਾਰ ਦੀ ਮੌਤ ਦਾ ਮਾਮਲਾ ਤਾਂ ਅਜਿਹੇ ਨਿਪੁੰਸਕ ਮਾਮਲਾ ਵੀ ਹੈਗਾ ਬਿਲਕੁਲ ਨਿਪੁੰਸਕ ਮਾਮਲੇ ਨੇ ਜਿਹੜੇ ਉਹ ਕਾਫੀ ਜਿਹੜਾ ਸੇਵਕਾਂ ਨੂੰ ਬਣਾਇਆ ਗਿਆ। ਉਸ ਮਾਮਲੇ ਦੇ ਵਿੱਚ ਵੀ ਗਾਜ ਡਿੱਗਦੀ ਰਾਮ ਰਹੀਮ ਤੇ ਨਜ਼ਰ ਆ ਰਹੀ ਹੈ। ਤਾਂ ਅਜਿਹੇ ਜਦੋਂ ਅਪਰਾਧੀ ਹੁੰਦੇ ਨੇ ਇਹ ਦੇਖੋ ਉਹਨਾਂ ਨੂੰ ਪਹਿਲੀ ਗੱਲ ਤਾਂ ਜਿਹੜੀ ਛੇਤੀ ਪਰੋਲ ਨਹੀਂ ਦਿੱਤੀ ਜਾਂਦੀ, ਤਾਂ ਜੇ ਸਰਕਾਰ ਦੀ ਮਨਜ਼ੂਰੀ ਦੇ ਨਾਲ ਪਰੋਲ ਦੇ ਵੀ ਦਿੱਤੀ ਜਾਂਦੀ ਹੈਗੀ, ਇਹ ਕਈ ਹਵਾਲੇ ਦੇ ਕੇ ਪਰੋਲ ਦਿੱਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਇਹ ਗੱਲ ਸਾਫ਼ ਹੁੰਦੀ ਹੈ ਕਿ ਨਜ਼ਰਾਂ ਉਸ ਤੇ ਜ਼ਰੂਰ ਬਣਾ ਕੇ ਰੱਖੀਆਂ ਜਾਣਗੀਆਂ ਕਿ ਇਹ ਵੀ ਹੋ ਸਕਦਾ ਕਿ ਕਿਤੇ ਉਹ ਗਾਇਬ ਹੋ ਜੇ, ਕਿਤੇ ਉਹ ਬਾਹਰ ਚਲਾ ਜਾਵੇ ਇਹ ਜਾਂ ਮੁੜ ਕੇ ਪੁਲਿਸ ਦੇ ਹੱਥ ਨਾ ਆਵੇ ਕਿਉਂਕਿ ਅਜਿਹੇ ਅਪਰਾਧੀ ਪਹਿਲਾਂ ਵੀ ਬਹੁਤ ਨੇ ਜਿਹੜੇ ਇੱਕ ਵਾਰ ਜ਼ਮਾਨਤ ਤੇ ਆਉਣ ਤੋਂ ਬਾਅਦ ਸਿਮੀ ਬਾਅਦ ਦੇ ਵਿੱਚ ਗਾਇਬ ਹੋਏ ਨੇ। ਤਾਂ ਹੁਣ ਜਿਹੜਾ ਡੇਰਾ ਨਾਮ ਚਰਚਾ ਘਰ ਹੈ ਗੁਰੂਗ੍ਰਾਮ ਉੱਥੇ ਨਜ਼ਰਾਂ ਜ਼ਰੂਰ ਬਣਾ ਕੇ ਰੱਖੀਆਂ ਹੋਈਆਂ ਨੇ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ। ਥੋੜੇ ਦਿਨਾਂ ਬਾਅਦ ਰੋਹਤਕ ਦੇ ਵੱਡੇ ਪੁਲਿਸ ਅਧਿਕਾਰੀ ਵੀ ਆ ਕੇ ਚੈਕਿੰਗ ਕਰਦੇ ਨੇ ਵੀ ਸਹੀ ਸਲਾਮਤ ਪੂਰੀ ਸੁਰੱਖਿਆ ਦੇ ਵਿੱਚ ਰਾਮ ਰਹੀਮ ਮੌਜੂਦ ਨੇ। ਬਿਲਕੁਲ, ਜੇ ਗੱਲ ਕਰੀ ਜਾਵੇ ਕੀ ਲੱਗਦਾ ਹੁਣ ਵੱਡਾ ਸਵਾਲ ਤਾਂ ਇਹ ਹੈ ਕਿ ਹੁਣ ਫਰਲੋ ਤੇ ਰਹਿਣਗੇ ਜਾਂ ਫਿਰ ਜੇਲ੍ਹ ਵਾਪਸੀ ਹੋਵੇਗੀ। ਇਹ ਸਿੰਮੀ ਹਜੇ ਕੁਝ ਨਹੀਂ, ਦੇਖੋ ਜੇ ਮੌਕੇ ਦੇ ਹਾਲਾਤ ਦੇਖੇ ਜਾਣ ਤਾਂ ਫਿਰ ਗੁਰਮੀਤ ਰਾਮ ਰਹੀਮ ਦੀ ਇੱਕ ਵਾਰ ਜੇਲ੍ਹ ਵਾਪਸੀ ਜ਼ਰੂਰ ਹੋ ਸਕਦੀ ਆ। 27 ਫਰਵਰੀ ਨੂੰ ਗੁਰਮੀਤ ਰਾਮ ਰਹੀਮ ਮੁੜ ਤੋਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾ ਸਕਦੇ ਨੇ। ਪਰ ਹੁਣ ਸਵਾਲ ਇੱਕ ਹੋਰ ਵੀ ਉੱਠਦਾ ਕਿ ਅਗਲੀ ਸਰਕਾਰ ਪੰਜਾਬ ਦੇ ਵਿੱਚ ਕਿਹੜੀ ਆਉਂਦੀ ਆ ਤੇ ਅਗਲੀ ਜ਼ਮਾਨਤ ਆ ਜਿਹੜੀ ਗੁਰਮੀਤ ਰਾਮ ਰਹੀਮ ਨੂੰ ਕਦੋਂ ਦਿੱਤੀ ਜਾਵੇਗੀ। ਜੇ ਜੋ ਹੁਣ ਤੱਕ ਨਿਕਲ ਕੇ ਆ ਰਿਹਾਗਾ ਜੋ ਕੜੀਆਂ ਜੁੜਦੀਆਂ ਜਾ ਰਹੀਆਂ ਨੇ, ਤਾਂ ਫਿਰ ਜੇ ਮੰਨਿਆ ਜਾਵੇ ਤਾਂ ਹੁਣ ਇਸ ਤੋਂ ਬਾਅਦ ਅਗਲੀ ਵਾਰ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਕੱਢਿਆ ਜਾਵੇਗਾ ਚੋਣਾਂ ਟਾਈਮ, ਜਦੋਂ ਹਰਿਆਣਾ ਦੀਆਂ ਚੋਣਾਂ ਹੋਣੀਆਂ ਨੇ ਤਾਂ ਉਸ ਵਕਤ ਵੀ ਸਿਆਸੀ ਫਾਇਦਾ ਲੈਣ ਦੇ ਲਈ ਗੁਰਮੀਤ ਰਾਮ ਰਹੀਮ ਨੂੰ ਕੱਢਿਆ ਜਾਵੇਗਾ। ਜੇ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਉਸ ਵਕਤ 20 ਦਿਨਾਂ ਦੇ ਲਈ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਜੇਲ੍ਹ ਤੋਂ ਬਾਹਰ ਕੱਢਿਆ ਜਾਊ। ਮੈਨੂੰ ਕਿਉਂ ਲੱਗਦਾ ਕਿ ਗੁਰਮੀਤ ਰਾਮ ਰਹੀਮ ਦੇ ਨਾਲ ਗਹਿਰੇ ਰਿਸ਼ਤੇ ਨੇ, ਜਿਹੜਾ ਤੁਹਾਨੂੰ ਇਹ ਵੀ ਪਤਾ ਹੈ ਕਿ ਜੇ ਕੱਢਿਆ ਜਾਵੇਗਾ ਤੇ ਫਿਰ ਵੋਟਾਂ ਦੇ ਨੇੜੇ ਕੱਢਿਆ ਜਾਵੇਗਾ। ਕਿਉਂਕਿ ਅਕਸਰ ਸਿਮੀ ਦੇਖਿਆ ਜਾਂਦਾ ਹੈ ਕਿ ਕੜੀਆਂ ਮਿਲਦੀਆਂ ਨੇਗੀਆਂ, ਇਸ ਮਾਮਲੇ ਦੇ ਵਿੱਚ ਵੀ ਕੜੀਆਂ ਮਿਲੀਆਂ ਨੇ, ਇਸ ਵਾਰ ਵੀ ਕੜੀਆਂ ਮਿਲੀਆਂ ਨੇ। ਤੁਸੀਂ ਖੁਦ ਦੇਖੋ ਕਿ ਇਸ ਤੋਂ ਪਹਿਲਾਂ 7 ਤੋਂ 8 ਵਾਰ ਗੁਰਮੀਤ ਰਾਮ ਰਹੀਮ ਪੈਰੋਲ ਲਾਉਂਦੇ ਨੇ। ਇਹ ਕਰੀਬ 3.5 ਪੌਣੇ 4 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਗੁਰਮੀਤ ਰਾਮ ਰਹੀਮ ਹੋਰੀ। ਹੁਣ ਤੱਕ ਉਹਨਾਂ ਦੀ ਜਿਹੜੀ ਛਵੀ ਆ ਚੰਗੀ ਛਵੀ ਨਹੀਂ ਪ੍ਰਸ਼ਾਸਨ ਨੂੰ ਦਿਖੀ, ਜੇਲ੍ਹ ਪ੍ਰਸ਼ਾਸਨ ਨੂੰ ਨਹੀਂ ਦਿਖੀ, ਸਰਕਾਰ ਨੂੰ ਨਹੀਂ ਦਿਖੀ। ਪਰ ਚੋਣਾਂ ਦੇ ਐਨ ਵਕਤ ਆ ਕੇ ਚੋਣਾਂ ਦੇ ਵਿੱਚ ਜਦੋਂ 15 ਦਿਨ ਬਾਕੀ ਹੁੰਦੇ ਨੇ ਤਾਂ ਗੁਰਮੀਤ ਰਾਮ ਰਹੀਮ ਪੈਰੋਲ ਲਾ ਦਿੰਦੇ ਨੇ, ਤਾਂ 2 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਛਵੀ ਆ ਜਿਹੜੀ ਉਹ ਸਾਫ਼ ਸਪਸ਼ਟ ਵੀ ਹੋ ਜਾਂਦੀ ਆ, ਉਹਨਾਂ ਨੂੰ ਪੈਰੋਲ ਵੀ ਦੇ ਦਿੱਤੀ ਜਾਂਦੀ ਆ। ਹਾਲ ਤੱਕ ਇਹ ਸਾਹਮਣੇ ਨਹੀਂ ਆਇਆ ਕਿ ਅਸਲ ਸ਼ਬਦਾਂ ਦੇ ਵਿੱਚ ਜਿਹੜਾ ਹਵਾਲਾ ਕਿਸ ਚੀਜ਼ ਦਾ ਦਿੱਤਾ ਗਿਆ ਸੀਗਾ। ਪਰ ਇਸ ਤੋਂ ਪਹਿਲਾਂ ਜਦੋਂ ਪੈਰੋਲ ਗੁਰਮੀਤ ਰਾਮ ਰਹੀਮ ਲਾਉਂਦੇ ਨੇ ਤਾਂ ਜਿਹੜੇ 100 ਸਵਾਲ ਜਵਾਬ ਹੁੰਦੇ ਨੇਗੇ। ਹਾਲਾਂਕਿ ਗੱਲ ਤੇ ਇਹ ਵੀ ਨਿਕਲ ਕੇ ਆਈ ਸੀਗੀ ਕਿ ਜਦੋਂ ਇਸ ਤੋਂ ਪਹਿਲਾਂ ਪੈਰੋਲ ਆ ਗੁਰਮੀਤ ਰਾਮ ਰਹੀਮ ਦੀ ਲਾਈ ਗਈ ਸੀ, ਇਹ ਤਾਂ ਉਹਨੂੰ ਜਦੋਂ ਬਿਮਾਰ ਹੋਏ ਸੀ ਸਿਮੀ, ਤੁਹਾਡੇ ਯਾਦ ਹੋਣਾ ਗੁਰਮੀਤ ਰਾਮ ਰਹੀਮ ਬਿਮਾਰ ਹੋਏ ਸੀ, ਇਹ ਰੋਹਤਕ ਦੀ ਜਿਹੜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਾਫ ਕਰਨਾ ਰੋਹਤਕ ਦੇ PGI ਦੇ ਵਿੱਚ ਲਿਆਂਦਾ ਗਿਆ ਸੀ। ਤਾਂ ਉਸ ਵਕਤ ਵੀ ਇੱਕ ਵੱਡੇ ਸਵਾਲ ਖੜੇ ਹੋਏ ਸੀ। ਕਿਹਾ ਜਾ ਰਿਹਾ ਸੀ ਕਿ ਉਸ ਵਕਤ ਕੁਝ ਲੋਕਾਂ ਨੂੰ ਅਨਅਫੀਸ਼ੀਅਲ ਮਿਲਾਇਆ ਵੀ ਗਿਆ ਸੀ ਗੁਰਮੀਤ ਰਾਮ ਰਹੀਮ ਹੋਰਾਂ ਨੂੰ। ਦੇਖੋ ਜਿਹੜੀਆਂ ਇਹ ਨਹੀਂ ਕਹਿ ਸਕਦੇ ਕਿ ਉਸ ਨੂੰ ਇੱਕ ਵਾਰ ਹੀ ਜਿਹੜੀ ਆ ਉਹ ਮਿਲੀ ਸੀਗੀ ਪੈਰੋਲ ਮਿਲੀ ਸੀ। ਬਹੁਤ ਸਾਰੀਆਂ ਚੀਜ਼ਾਂ ਉਦੋਂ ਵੀ ਹੈ ਕਿ ਗੁਪਤ ਤਰੀਕੇ ਦੇ ਨਾਲ ਇੱਕ ਵਾਰੀ ਪਹਿਲਾਂ ਵੀ ਪੈਰੋਲ ਦਿੱਤੀ ਗਈ ਸੀ, ਹਸਪਤਾਲ ਦੇ ਵਿੱਚ ਗਏ ਸੀ, ਪਹਿਲਾਂ ਵੀ ਪੈਰੋਲ ਜਿਹੜੀ ਆ ਉਹ ਮਿਲੀ ਸੀ ਉਹਨਾਂ ਨੂੰ ਇੱਕ ਵਾਰ, ਪਰ ਉਹ ਕਿਸੇ
ਨੂੰ ਵੀ ਪਤਾ ਨਹੀਂ ਲੱਗਿਆ ਸੀ। ਜਦੋਂ ਪੈਰੋਲ ਮਿਲੀ ਸੀ ਕਈ ਘੰਟੇ ਗੁਰਮੀਤ ਰਾਮ ਰਹੀਮ ਬਾਹਰ ਰਹਿੰਦੇ ਨੇ ਤੇ ਉਸ ਤੋਂ ਬਾਅਦ ਘੱਟੋ ਘੱਟ 10 ਜਾਂ 12 ਦਿਨਾਂ ਬਾਅਦ ਪਤਾ ਲੱਗਦਾ ਹੈ ਕਿ ਰਾਮ ਰਹੀਮ ਬਾਹਰ ਆਏ ਸੀ ਜੇਲ੍ਹ ਦੇ ਵਿੱਚੋਂ। ਵੱਡਾ ਸਵਾਲ ਉਦੋਂ ਵੀ ਖੜਾ ਹੋਇਆ ਸੀ ਤੇ ਅੱਜ ਵੀ ਉਹੀ ਸਵਾਲ ਖੜਾ ਹੋ ਰਿਹਾ ਕਿ ਰਾਮ ਰਹੀਮ ਨੂੰ ਜਿਹੜੀ ਆ ਪੈਰੋਲ ਕਿਵੇਂ ਤੇ ਕਿਉਂ ਮਿਲੀ। ਇਹ ਵੱਡਾ ਸਵਾਲ ਜਿਹੜਾ ਹਮੇਸ਼ਾ ਹੀ ਖੜਾ ਰਹਿੰਦਾ ਹੈ, ਕਿਉਂਕਿ ਜਦੋਂ ਵੀ ਗੁਰਮੀਤ ਰਾਮ ਰਹੀਮ ਨੂੰ ਬਿਲਕੁਲ ਜਦੋਂ ਵੀ ਪੈਰੋਲ ਮਿਲਦੀ ਆ ਜਾਂ ਫਿਰ ਪੈਰੋਲ ਦੀ ਗੱਲ ਕੀਤੀ ਜਾਂਦੀ ਆ ਤਾਂ ਇਹ ਗੱਲ ਜਿਹੜੀ ਆ ਚਾਰੇ ਪਾਸੇ ਉੱਡ ਜਾਂਦੀ ਹੈ ਕਿ ਪੰਜਾਬ ਦੀ ਸਿਆਸਤ ਦਾ ਮਾਹੌਲ ਖਰਾਬ ਹੋ ਸਕਦਾ, ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਕਿਉਂਕਿ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ, ਪਹਿਲੀ ਵਾਰ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਦੋਂ ਬਹੁਤ ਮਾਹੌਲ ਖਰਾਬ ਹੋਇਆ ਸੀ, ਦੰਗੇ ਫਸਾਦ ਹੋਏ ਸੀ। ਤਾਂ ਹਰ ਵਾਰ ਪ੍ਰਸ਼ਾਸਨ ਨੂੰ ਇਹ ਲੱਗਦਾ ਸੀ, ਹਰ ਵਾਰ ਇਹ ਹਵਾਲਾ ਦੇ ਕੇ ਉਹਨਾਂ ਦੀ ਪੈਰੋਲ ਨਾ ਮਨਜ਼ੂਰ ਕਰ ਦਿੱਤੀ ਜਾਂਦੀ ਸੀ ਕਿ ਜਦੋਂ ਪੈਰੋਲ ਜੇ ਇਹਨਾਂ ਨੂੰ ਦੇ ਦਿੱਤੀ ਗਈ ਤਾਂ ਫਿਰ ਇਹ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜਾਵੇ, ਉਸ ਤਰ੍ਹਾਂ ਦੇ ਦੰਗੇ ਫਸਾਦ ਹੋ ਸਕਦੇ ਨੇ। ਕੜੀ ਸੁਰੱਖਿਆ ਦੇ ਵਿੱਚ ਜੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਵੀ ਲੈ ਕੇ ਆਂਦਾ ਸੀ ਤਾਂ ਕੜੀ ਸੁਰੱਖਿਆ ਦੇ ਵਿੱਚ ਲੈ ਕੇ ਆਇਆ ਜਾਂਦਾ ਸੀਗਾ। ਬਿਲਕੁਲ ਸਿਮੀ, ਤਾਂ ਦੇਖਿਆ ਜਾਵੇ ਜੇ ਸੁਰੱਖਿਆ ਦੀ ਗੱਲ ਕੀਤੀ ਜਾਵੇ ਹੁਣ ਵੀ ਸੁਰੱਖਿਆ ਦੇ ਵਿੱਚ ਕੋਈ ਕਮੀ ਨਹੀਂ ਰੱਖੀ ਗਈ ਆ, ਕਿਉਂਕਿ ਤੁਹਾਨੂੰ ਦੱਸ ਦਈਏ, ਦਰਸ਼ਕਾਂ ਨੂੰ ਦੱਸ ਦਈਏ ਕਿ ਗੁਰੂਗ੍ਰਾਮ ਦੇ ਨਾਮ ਚਰਚਾ ਘਰ ਦੇ ਵਿੱਚ ਗੁਰਮੀਤ ਰਾਮ ਰਹੀਮ ਮੌਜੂਦ ਨੇ। ਤਾਂ ਦੇਖਿਆ ਜਾਵੇ ਤੀਸਰੀ ਮੰਜ਼ਲ ਦੇ ਦੂਸਰੇ ਕਮਰੇ ਦੇ ਵਿੱਚ ਜੇ ਗੁਰਮੀਤ ਰਾਮ ਰਹੀਮ ਰੁਕੇ ਹੋਏ ਨੇ ਤਾਂ ਪੂਰੀ ਤੀਸਰੀ ਮੰਜ਼ਲ ਆ ਜਿਹੜੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਆ ਕਿ ਭਾਈ ਤੁਸੀਂ ਇੱਥੇ ਟਹਿਲ ਸਕਦੇ ਹੋ, ਆਪਣਾ ਸਮਾਂ ਬਤੀਤ ਕਰ ਸਕਦੇ ਹੋ। ਤਾਂ ਸਿਮੀ ਦੂਸਰੀ ਮੰਜ਼ਲ ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੋਇਆ ਤੇ ਪਹਿਲੀ ਮੰਜ਼ਲ ਤੇ ਗੁਰਮੀਤ ਰਾਮ ਰਹੀਮ ਦਾ ਪਰਿਵਾਰ ਰੁਕਿਆ ਹੋਇਆ। ਤਾਂ ਜਿਹੜੀ ਜ਼ਮੀਨੀ ਮੰਜ਼ਲ ਆ ਉਸ ਤੇ ਸੇਵਕਾਂ ਦੀ ਵੱਡੀ ਤਾਦਾਦ ਦੇ ਵਿੱਚ ਸੇਵਕ ਮੌਜੂਦ ਨੇ। ਨਾਮ ਚਰਚਾ ਘਰ ਦੇ ਮੁੱਖ ਗੇਟ ਤੇ ਜਿਹੜਾ ਪੁਲਿਸ ਬਲ ਤਾਇਨਾਤ ਕੀਤਾ ਹੋਇਆ। ਤੁਸੀਂ ਦੇਖੋ ਸਿਮੀ, ਇਹ ਜੇ ਚੋਣਾਂ ਦੀ ਗੱਲ ਕਰ ਲਈ ਜਾਵੇ ਤਾਂ ਸਿਆਸੀ ਵਿੰਗ ਦੇ ਵੱਲੋਂ ਜਿਸ ਦਿਨ ਸਿਰਸਾ ਡੇਰੇ ਦੇ ਵਿੱਚ 45 ਮੈਂਬਰਾਂ ਦੇ ਵੱਲੋਂ ਮੀਟਿੰਗ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਖਰੜਾ ਤਿਆਰ ਕੀਤਾ ਜਾਂਦਾ, ਇੱਕ ਲਿਸਟ ਤਿਆਰ ਕੀਤੀ ਜਾਂਦੀ ਹੈ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਫਲਾਣੇ ਉਮੀਦਵਾਰ ਨੂੰ ਜਿਹੜਾ ਉਹ ਸਪੋਰਟ ਕੀਤੀ ਜਾ ਸਕਦੀ ਆ। ਤਾਂ ਉਹ ਲਿਸਟ ਤਿਆਰ ਕਰਨ ਤੋਂ ਬਾਅਦ 7-8 ਮੈਂਬਰਾਂ ਦਾ ਜਿਹੜਾ ਵਫਦ ਸੀ ਨਾ ਸਿਮੀ, ਉਹ ਪਹੁੰਚਿਆ ਸੀ ਗੁਰੂਗ੍ਰਾਮ ਨਾਮ ਚਰਚਾ ਘਰ। ਪਰ ਉਹਨਾਂ ਦੇ ਵੱਲੋਂ ਉੱਥੇ ਪੁਲਿਸ ਦੇ ਨਾਲ ਕਰੀਬ 35 ਤੋਂ 40 ਮਿੰਟ ਜਿਹੜੀ ਬਹਿਸਬਾਜ਼ੀ ਵੀ ਕੀਤੀ ਗਈ ਕਿ ਸਾਨੂੰ ਅੰਦਰ ਜਾਣ ਦਿੱਤਾ ਜਾਵੇ, ਜੇ ਸਾਨੂੰ ਨਹੀਂ ਤਾਂ ਸਾਡੇ ਦੇ ਵਿੱਚੋਂ 2 ਬੰਦਿਆਂ ਨੂੰ ਅੰਦਰ ਜਾਣ ਦੇ ਦਿੱਤਾ ਜਾਵੇ, ਜਾਂ ਫਿਰ ਰਾਮ ਰਹੀਮ ਹੋਰਾਂ ਦੇ ਨਾਲ ਸਾਡਾ ਸੰਪਰਕ ਕਰਵਾਇਆ ਜਾਵੇ, ਉਹਨਾਂ ਤੋਂ ਕਹਾ ਦਿੱਤਾ ਜਾਵੇ ਕਿ ਭਾਈ ਸਾਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ ਤਾਂ ਅਸੀਂ ਵਾਪਸ ਮੁੜ ਜਾਾਂਗੇ। ਪਰ ਪੁਲਿਸ ਨੇ ਜਦੋਜਹਿਦ ਤੋਂ ਬਾਅਦ ਵੀ ਵਾਪਸ ਨਹੀਂ ਉਹਨਾਂ ਨੂੰ ਆਉਣ ਦਿੱਤਾ ਹੈਗਾ। ਉਹ ਉੱਥੇ ਹੀ ਮੌਜੂਦ ਸੀ, ਉਹ ਉੱਥੇ ਹੀ ਇਹ ਪੁਲਿਸ ਮੌਜੂਦ ਰਹੀ। ਤੇ ਫਿਰ ਮੀਟਿੰਗ ਜਿਹੜੀ ਹੋਈ ਸੀ ਨਾ ਸਿਮੀ, ਉਹ ਨਾ ਤਾਂ ਵਿੰਗ ਦੇ ਨਾਲ ਹੋਈ ਆ, ਉਹ ਜਿਹੜਾ ਸਿਆਸੀ ਵਿੰਗ ਦਾ 7-8 ਲੋਕਾਂ ਦਾ ਮੈਂਬਰ ਵਫਦ ਸੀਗਾ ਉਹਦੀ ਹੋਈ ਹੈਗੀ ਕੁਝ ਸੇਵਕਾਂ ਦੇ ਨਾਲ, ਸਿਰਫ 2 ਸੇਵਕਾਂ ਦੇ ਨਾਲ ਮੀਟਿੰਗ ਹੋਈ ਹੈਗੀ, ਉਹ ਵੀ ਨਾਮ ਚਰਚਾ ਘਰ ਤੋਂ 250 ਮੀਟਰ ਦੀ ਦੂਰੀ ਤੇ ਇੱਕ ਛੋਟਾ ਜਿਹਾ ਪਾਰਕ ਆ ਸਿਮੀ, ਉਸ ਦੇ ਵਿੱਚ ਨਾ 2 ਕੁਰਸੀਆਂ ਲੱਗੀਆਂ ਹੋਈਆਂ ਨੇ, ਆਮ ਪਾਰਕਾਂ ਦੇ ਵਿੱਚ ਬੈਠਣ ਨੂੰ ਕੁਰਸੀਆਂ ਲਾਈਆਂ ਜਾਂਦੀਆਂ ਨੇ। ਤਾਂ ਉਹਨਾਂ ਕੁਰਸੀਆਂ ਤੇ ਬੈਠ ਕੇ ਮੀਟਿੰਗ ਕੀਤੀ ਗਈ ਆ 2 ਸੇਵਕਾਂ ਦੇ ਨਾਲ। ਅਤੇ ਉਸ ਮੀਟਿੰਗ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ ਸੀ। ਉਹ ਫੈਸਲਾ ਇਹ ਸੀਗਾ ਕਿ ਭਾਈ ਖੁੱਲ੍ਹੇਆਮ ਇੱਕ ਉਮੀਦਵਾਰ ਨੂੰ 117 ਦੇ ਵਿੱਚੋਂ ਇੱਕ ਉਮੀਦਵਾਰ ਨੂੰ ਤਲਵੰਡੀ ਸਾਬੋ ਤੋਂ ਖੁੱਲ੍ਹੇਆਮ ਆ ਜਿਹੜਾ ਸਪੋਰਟ ਕਰਾਂਗੇ, ਕਿਉਂਕਿ ਰਿਸ਼ਤੇਦਾਰੀ ਹੈ ਗੁਰਮੀਤ ਰਾਮ ਰਹੀਮ ਦਾ ਕੁੜਮਾ ਹਰਮਿੰਦਰ ਜੱਸੀ। ਤਾਂ ਹਰਮਿੰਦਰ ਜੱਸੀ ਨੂੰ ਜਿਤਾਵਾਂਗੇ, ਗੱਲ ਸਾਫ਼ ਸਪਸ਼ਟ ਕਰ ਦਿੱਤੀ ਸੀ, ਉਹਨਾਂ ਨੂੰ ਵੋਟ ਪਵਾਵਾਂਗੇ ਤਲਵੰਡੀ ਸਾਬੋ ਤੋਂ ਹਰ ਹਾਲਤ ਦੇ ਵਿੱਚ। ਪਰ ਸਿਮੀ ਉਸ ਤੋਂ ਬਾਅਦ ਕੋਈ ਵੀ ਜਿਹੜਾ ਦੱਸ ਦਈਏ ਕਿ ਵਫਦ ਦਾ ਮੈਂਬਰ ਆ 45 ਮੈਂਬਰੀ ਕਮੇਟੀ ਦਾ ਕੋਈ ਵੀ ਮੈਂਬਰ ਗੁਰਮੀਤ ਰਾਮ ਰਹੀਮ ਦੇ ਸੰਪਰਕ ਦੇ ਵਿੱਚ ਨਹੀਂ ਆਇਆ। ਤੇ ਜਿਸ ਦੇ ਚੱਲਦੇ ਹੁਣ ਇਹ ਖਬਰਾਂ ਨਿਕਲ ਕੇ ਆਈਆਂ ਨੇ ਇਹ ਕਿ ਇੱਕ ਸੰਕੇਤ ਬਾਬੇ ਨੇ ਪਹਿਲਾਂ ਦੇ ਦਿੱਤਾ ਸੀ, ਸੰਕੇਤ ਬਾਬੇ ਨੇ ਦੇ ਦਿੱਤਾ ਸੀਗਾ ਫੁੱਲ ਦੇ ਨਾਲ ਤੱਕੜੀ। ਪਰ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਫੁੱਲ ਦੇ ਨਾਲ ਤੱਕੜੀ ਵਾਲਾ ਮੈਥਡ ਆ ਨਾ ਸਿਮੀ, ਇਹ ਮੈਥਡ ਸਿਰਫ ਮਾਲਵੇ ਦੇ ਵਿੱਚ ਚਲਾਇਆ ਗਿਆਗਾ। ਸਿਰਫ ਕਿਹਾ ਜਾ ਸਕਦਾ ਕਿ ਇਹ 58 ਤੋਂ 60 ਸੀਟਾਂ ਤੇ ਮੈਥਡ ਚੱਲਿਆ, ਜਿਹੜੀਆਂ ਬਾਕੀ ਸੀਟਾਂ ਰਹਿੰਦੀਆਂ ਨੇ ਉਹਨਾਂ ਦੀਆਂ ਉਹ ਕਿਹੜੇ ਉਮੀਦਵਾਰਾਂ ਨੂੰ ਸਮਰਥਨ ਦੇਣਾਗਾ, ਕਿਉਂਕਿ ਅਸਲ ਪ੍ਰਭਾਵ ਬੇਸ਼ੱਕ ਮਾਲਵੇ ਦੇ ਵਿੱਚ ਆ ਪਰ ਬਾਕੀ ਸੀਟਾਂ ਤੇ ਵੀ ਪ੍ਰਭਾਵ ਬਾਬੇ ਦਾ ਜ਼ਰੂਰ ਆ। ਤਾਂ ਬਾਕੀ ਸੀਟਾਂ ਤੇ ਜਿਹੜਾ ਸਮਰਥਨ ਉਹ ਸਿਆਸੀ ਵਿੰਗ ਦੇ ਵੱਲੋਂ ਖੁਦ ਕੀਤਾ ਗਿਆ। ਤਾਂ ਇਸ ਦੇ ਮਾਮਲੇ ਦੇ ਵਿੱਚ ਇੱਕ ਖੁਲਾਸਾ ਵੀ ਹੋਇਆ, ਅੱਜ ਆਪਣੀ ਗੱਲ ਵੀ ਹੋ ਰਹੀ ਸੀ ਸਿਮੀ, ਇਹ ਤੁਸੀਂ ਉਹ ਆਡੀਓ ਵੀ ਮੈਨੂੰ ਸੁਣਾਈ ਸੀ ਜਿਹੜੀ ਉਹ ਹੁਣ ਵਾਇਰਲ ਹੋ ਰਹੀ ਹੈ, ਇੱਕ ਡੇਰਾ ਪ੍ਰੇਮਨ ਦੀ ਕਿਹਾ ਜਾ ਰਿਹਾ ਜਿਹਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਕਾਫੀ ਪੈਸਿਆਂ ਦੇ ਵਿੱਚ ਕਰੋੜਾਂ ਦੇ ਵਿੱਚ ਵੋਟ ਵੇਚੀ ਗਈ ਆ।
ਜਿਹੜੀ ਬੋਲੀ ਉਸ ਸਮੇਂ ਉਸ ਦੇ ਵਿੱਚ ਲੱਗ ਰਹੀ ਸੀ, ਸੋ ਕਿਤੇ ਨਾ ਕਿਤੇ ਉਹ ਲੱਗਦਾ ਹੈ ਕਿ ਇੱਕ ਕਿਸੇ ਨਾ ਕਿਸੇ ਤਰ੍ਹਾਂ ਦਾ, ਕਿਉਂਕਿ ਹਰ ਵਾਰ ਵੋਟ ਬੈਂਕ ਆ ਜਿਹੜਾ, ਜਦੋਂ ਵੀ ਜਿੱਧਰ ਵੀ ਝੁਕਾਅ ਹੁੰਦਾ ਹੈ, ਹਰ ਵਾਰ ਬਾਬੇ ਦੇ ਵੱਲੋਂ ਇਸ਼ਾਰਾ ਕੀਤਾ ਜਾਂਦਾ ਹੈ। ਡੇਰਾਬਾਦ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਪਿਆ ਹੋਇਆ ਜ਼ਰੂਰ ਆ, ਕਿਉਂਕਿ ਲਗਾਤਾਰ ਲੰਮੇ ਸਮੇਂ ਤੋਂ ਡੇਰਿਆਂ ਦੇ ਚੱਕਰ ਜਿਹੜੇ ਆ ਉਹ ਕੱਟੇ ਜਾ ਰਹੇ ਸੀਗੇ। ਰਾਮ ਰਹੀਮ ਦੇ ਡੇਰੇ ਦੇ ਚੱਕਰ ਕੱਟੇ ਜਾ ਰਹੇ ਸੀਗੇ, ਜਾਂ ਫਿਰ 300 ਦੇ ਡੇਰੇ। ਜੇ ਗੱਲ ਕੀਤੀ ਜਾਵੇ ਕੁੱਲ ਮਿਲਾ ਕੇ ਸੁਖ ਪੰਜਾਬ ਦੇ ਵਿੱਚ ਡੇਰਿਆਂ ਦੀ, ਤਾਂ 300 ਦੇ ਕਰੀਬ ਡੇਰੇ ਨੇ ਪੰਜਾਬ ਦੇ ਵਿੱਚ, ਤੇ 300 ਦੇ ਕਰੀਬ ਡੇਰੇ ਹੋਣਾ ਯਾਨੀ ਕਿ ਬਹੁਤ ਵੱਡਾ ਅਸਰ ਪੈਂਦਾ ਇਸ ਡੇਰੇਬਾਦ ਦਾ ਪੰਜਾਬ ਦੀ ਜਨਤਾ ਤੇ, ਸਿਆਸਤ ਤੇ ਇਹ ਸਿਆਸਤ ਪਲਟ ਕੇ ਰੱਖ ਦਿੰਦੀ ਹੈ ਡੇਰਾਬਾਦ। ਬਿਲਕੁਲ, ਕਿਉਂਕਿ ਸਿੰਮੀ ਹੁਣ ਤੱਕ ਦੇਖਿਆ ਜਾਵੇ ਤਾਂ 3 ਵਾਰ ਪੰਜਾਬ ਦੀਆਂ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਆ ਡੇਰੇ ਦੇ ਵੱਲੋਂ। 2007 ਦੇ ਵਿੱਚ, 2000 ਕਹਿ ਸਕਦੇ ਆ ਕਿ 2012 ਦੇ ਵਿੱਚ ਤੇ 2017 ਦੇ ਵਿੱਚ। ਹੁਣ ਚੌਥੀ ਵਾਰ ਸੀ ਜਦੋਂ ਡੇਰੇ ਨੇ ਦਖਲਅੰਦਾਜ਼ੀ ਦਿੱਤੀ ਆ। ਪਰ ਜੋ ਹੁਣ ਤੱਕ ਸੰਕੇਤ ਮਿਲੇ ਸੀ ਸਿੰਮੀ, ਇਸ ਵਾਰ ਸੰਕੇਤ ਇਹ ਮਿਲੇ ਸੀ ਕਿ ਭਾਈ ਫੁੱਲ ਤੇ ਤੱਕੜੀ ਨੂੰ ਆਪਾਂ ਸੇਵ ਰੱਖਣਾ। ਇਹ ਇਸ ਵਾਰ ਨਹੀਂ ਹੋਇਆ ਕਿ ਭਾਈ ਆਪਾਂ ਫੁੱਲ ਤੇ ਤੱਕੜੀ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਜਿਹੜਾ ਬੀਜੇਪੀ ਨੂੰ ਜਿਤਾਉਣਾ। ਇਹ ਸੰਕੇਤ ਨਹੀਂ ਬਾਬੇ ਵੱਲੋਂ ਦਿੱਤੇ ਗਏ। ਸੰਕੇਤ ਇਹ ਦਿੱਤੇ ਗਏ ਨੇ ਕਿ ਭਾਈ ਆਪਾਂ ਇੱਕ ਪਾਰਟੀ ਨੂੰ ਹਰਾਉਣਾਗਾ, ਤੇ ਪਾਰਟੀ ਨੂੰ ਜਿਹੜੀ ਨੂੰ ਹਰਾਉਣਾਗਾ, ਇੱਕ ਬੰਦੇ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣਾਗਾ। ਉਹ ਬੰਦੇ ਦਾ ਨਾਮ ਆ ਭਗਵੰਤ ਮਾਨ। ਕਿਉਂਕਿ ਸਿੰਮੀ ਦੇਖਿਆ ਵੀ ਜਾਵੇ ਨਾ, ਜਦੋਂ ਅੰਕੜੇ ਸਾਹਮਣੇ ਆਏ ਨੇ ਕਿ ਸਾਰੀ ਵੋਟ ਬੈਂਕ, ਮਜ਼ਬੂਤ ਵੋਟ ਬੈਂਕ ਕਿੱਥੋਂ ਰਿਹਾਗਾ, ਸਭ ਤੋਂ ਜਿਹੜਾ ਇੱਕ ਬੰਪਰ ਵੋਟਿੰਗ ਬੈਂਕ ਦੇ ਵੱਲ ਗਏ ਨੇਗੇ ਅੰਕੜੇ, ਤਾਂ ਉਹ ਵੀ ਸਾਰੀ ਗੇਮ ਪੂਰੀ ਸੰਗਰੂਰ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਈ ਆ, ਧੂਰੀ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਈ ਆ। ਤੁਸੀਂ ਦੇਖੋ ਸਭ ਤੋਂ ਵੱਧ VOTING ਕਿੱਥੇ ਹੁੰਦੀ ਆ, ਮਾਨਸਾ ਤੇ ਮਲੇਰਕੋਟਲਾ ਦੇ ਵਿੱਚ ਆਲੇ ਦੁਆਲੇ ਨੇ। ਉਸ ਤੋਂ ਬਾਅਦ ਅਗਲੇ ਨੰਬਰ ਕਿਹੜੇ ਆਉਂਦੇ ਨੇ? ਪਟਿਆਲਾ ਦਾ ਨੰਬਰ ਆਉਂਦਾਗਾ, ਸੰਗਰੂਰ ਦਾ ਨੰਬਰ ਆਉਂਦਾਗਾ, ਬਰਨਾਲੇ ਦਾ ਨੰਬਰ ਆਉਂਦਾਗਾ। ਤੇ ਜਿਹੜੇ ਜਿਹੜੇ ਦੂਰ ਦੇ ਰਹਿ ਗਏ, ਜਿੱਥੇ ਡੇਰੇ ਦਾ ਪ੍ਰਭਾਵ ਨਹੀਂ ਆ, ਤਾਂ ਸਭ ਤੋਂ ਘੱਟ ਡੇਰੇ ਦਾ ਪ੍ਰਭਾਵ ਸਿੰਮੀ ਪੰਜਾਬ ਦੇ ਵਿੱਚ ਹੈਗਾ ਮੋਹਾਲੀ ਦੇ ਵਿੱਚ। ਤਾਂ ਦੇਖਿਆ ਜਾਵੇ ਮੋਹਾਲੀ ਦੇ ਵਿੱਚ ਹੀ ਸਭ ਤੋਂ ਘੱਟ VOTING ਹੋਈ ਆ। ਬਿਲਕੁਲ, ਇਹ ਘੱਟ VOTING ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ, ਪਰ ਕਿਤੇ ਨਾ ਕਿਤੇ ਜੇ ਮਾਨਸਾ ਦੀ ਗੱਲ ਕਰ ਲਈ ਜਾਵੇ, ਮਾਨਸਾ ਬਠਿੰਡਾ ਦੇ ਨੇੜੇ ਤੇੜੇ ਜਿਹੜੇ ਏਰੀਆ ਨੇ, ਬਠਿੰਡਾ ਦੇ ਵਿੱਚ ਡੇਰਾਬਾਦ ਦਾ ਬਹੁਤ ਵੱਡਾ ਅਸਰ ਹੈ ਸੁਖ। ਕਿਉਂਕਿ ਬਿਲਕੁਲ ਸਿਰਸੇ ਦੇ ਨੇੜੇ ਪੈਂਦਾ ਆ, ਤੇ ਉਥੋਂ ਡੇਰਾਬਾਦ ਬਹੁਤ ਪਨਪਦਾ ਆ। ਲੋਕਾਂ ਦੇ ਵਿੱਚ ਬਹੁਤ ਵਿਸ਼ਵਾਸ ਆ, ਗੁਰਮੀਤ ਰਾਮ ਰਹੀਮ ਨੂੰ ਲੈ ਕੇ ਬਹੁਤ ਪਿਆਰ ਕਰਦੇ ਨੇ ਲੋਕ। ਭਾਵੇਂ ਅੱਜ ਬਹੁਤ ਜਿਹੜੀਆਂ ਵੱਡੀਆਂ ਗੱਲਾਂ ਸਾਹਮਣੇ ਆਈਆਂ ਨੇ, ਬਹੁਤ ਕੌੜੇ ਸੱਚ ਜਿਹੜੇ ਆ ਉਹ ਸਾਹਮਣੇ ਆਏ ਨੇ, ਨੰਗੇ ਹੋਏ ਨੇ, ਪਰ ਲੋਕਾਂ ਦਾ ਵਿਸ਼ਵਾਸ ਅਜੇ ਵੀ ਅਟਲ ਆ। ਹਜੇ ਵੀ ਜਿਹੜਾ ਵਿਸ਼ਵਾਸ ਹਜੇ ਵੀ ਉਸ ਹਿਸਾਬ ਦੇ ਨਾਲ ਹੀ ਲੋਕ ਕਰਦੇ ਨੇ ਜਿਵੇਂ ਪਹਿਲਾਂ ਕਰਦੇ ਸੀ। ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਕਿ ਜਦੋਂ ਵਿਸ਼ਵਾਸ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਸਾਥ ਵੀ ਦੇ ਰਹੇ ਹੋ। ਆਮ ਲੋਕ ਜਦੋਂ ਵੀ ਸਾਡੇ ਨੇੜੇ ਤੇੜੇ ਬਹੁਤ ਲੋਕ ਰਹਿੰਦੇ ਨੇ ਸੁਖ, ਭਾਵੇਂ ਅਸੀਂ ਪੱਤਰਕਾਰ ਹੋਈਏ, ਪਰ ਜੇ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਅਸੀਂ ਜਦੋਂ ਉਹਨਾਂ ਦੇ ਨਾਲ ਬਹਿ ਕੇ ਗੱਲਬਾਤ ਕਰਦੇ ਆ, ਤਾਂ ਕਿਤੇ ਨਾ ਕਿਤੇ 10 ਦੇ ਵਿੱਚੋਂ ਇੱਕ ਇਨਸਾਨ ਜਿਹੜਾ ਇਹੋ ਜਿਹਾ ਹੁੰਦਾ ਆ ਜਿਹੜਾ ਕਹਿੰਦਾ ਵੀ ਮੈਂ ਇਸ ਡੇਰੇ ਦੇ ਵਿੱਚ ਜਾਣਾ, ਮੈਂ ਇਸ ਬਾਬੇ ਨੂੰ ਮੰਨਦਾ ਆ। ਤੇ ਹਰ ਤੀਜਾ ਇਨਸਾਨ ਕਿਸੇ ਨਾ ਕਿਸੇ ਡੇਰੇ ਨੂੰ ਮੰਨਦਾ ਹੈ, ਹਰ ਤੀਜਾ ਇਨਸਾਨ ਕਿਸੇ ਨਾ ਕਿਸੇ ਡੇਰੇ ਦੇ ਵਿੱਚ ਜਾ ਰਿਹਾ। ਤਾਂ ਫਿਰ ਇਹ ਵੱਡਾ ਅਸਰ ਜਿਹੜਾ ਇਸ ਕਰਕੇ ਹੀ ਹੁੰਦਾ ਕਿਉਂਕਿ ਸਾਡੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਕਿਤੇ ਨਾ ਕਿਤੇ ਸਿਰਫ ਡੇਰਾਬਾਦ ਦੇ ਵਿੱਚ ਉਲਝ ਕੇ ਰਹਿ ਗਈ ਆ। ਬਿਲਕੁਲ ਸਿੰਮੀ, ਇਸ ਗੱਲ ਨੂੰ ਦੇਖੋ ਸਾਫ਼ ਸਪਸ਼ਟ ਕਰਦੀਆਂ ਨੇ ਚੋਣਾਂ। ਜਦੋਂ ਚੋਣਾਂ ਹੁੰਦੀਆਂ ਨੇ ਤਾਂ ਲੀਡਰਾਂ ਦੇ ਸਭ ਤੋਂ ਪਹਿਲਾਂ ਗੇੜੇ ਕਿੱਥੇ ਹੁੰਦੇ ਨੇ? ਡੇਰਿਆਂ ਤੇ। ਦੇਖਿਆ ਜਾਵੇ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਸੀ ਤਾਂ ਬੀਜੇਪੀ ਦੇ ਕਈ ਲੀਡਰ ਸੀਗੇ, ਜੇ ਜਿਆਨੀ ਹੋਰੀਆਂ ਵਰਗੇ ਜਿਹੜਿਆਂ ਦੇ ਡੇਰਿਆਂ ਤੇ ਗੇੜੇ ਲੱਗੇ ਨੇ। ਇਹ ਆਮ ਆਦਮੀ ਪਾਰਟੀ ਦਾ ਬਠਿੰਡੇ ਏਰੀਏ ਤੋਂ ਇੱਕ ਉਮੀਦਵਾਰ ਸੀ ਜਿਹਦੇ ਡੇਰੇ ਤੇ ਗੇੜੇ ਲਾਏ ਗਏ ਨੇ। ਇਹ ਬਾਕੀ ਕਾਂਗਰਸ ਦੇ ਘਬਾਇਆ ਵਰਗੇ ਨੇ ਜਿਹੜੇ ਡੇਰਿਆਂ ਤੇ ਗੇੜੇ ਲਾਉਂਦੇ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਏ ਨੇ। ਇੱਥੋਂ ਤੱਕ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਈ ਡੇਰਿਆਂ 'ਚ ਗੇੜੇ ਲਾ ਚੁੱਕੇ ਨੇ। ਇਹ ਚੋਣਾਂ ਨੇੜੇ ਦੇਖ ਕੇ ਪ੍ਰਧਾਨ ਮੰਤਰੀ ਨੇ ਡੇਰੇ ਤੱਕ ਨਹੀਂ ਛੱਡੇ। ਬਿਲਕੁਲ ਬਿਲਕੁਲ, ਜੇ ਗੱਲ ਪੰਜਾਬ ਦੀ ਛੱਡ ਕੇ ਜੇ ਕੇਂਦਰ ਦੀ ਸਿਆਸਤ ਦੀ ਵੀ ਕਰ ਲਈ ਜਾਵੇ ਤਾਂ ਕੇਂਦਰ ਦੀ ਸਿਆਸਤ ਵੀ ਕਿਤੇ ਨਾ ਕਿਤੇ ਪੰਜਾਬ ਦੇ ਡੇਰਿਆਂ ਤੇ ਗੇੜੇ ਲਗਾਉਂਦੀ। ਜਦੋਂ ਵੀ ਪੰਜਾਬ ਦੇ ਵਿੱਚ ਹਵਾ ਚੱਲਦੀ ਆ, ਸਿਆਸੀ ਹਵਾ ਚੱਲਦੀ ਆ, ਤਾਂ ਉਹ ਕੋਈ ਵੀ ਮੌਕਾ ਜਿਹੜਾ ਨਹੀਂ ਛੱਡਦੇ ਕਿਉਂਕਿ ਉਹਨਾਂ ਦਾ ਵੀ ਜਿਹੜਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਡੇਰਾਬਾਦ ਦੀ ਵੋਟ ਆ ਉਸ ਨੂੰ ਆਪਣੇ ਵੱਲ ਖਿੱਚ ਲਿਆ ਜਾਵੇ। ਇੱਕ ਤਸਵੀਰ ਜਿਹੜੀ ਆ ਸੁਖ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ
ਡੇਰਾ ਸਿਰਸਾ ਸਾਹਿਬ ਦੇ ਪੈਰਾਂ ਦੇ ਵਿੱਚ ਬੈਠੇ ਹੁੰਦੇ ਨੇ। ਬਿਲਕੁਲ। ਤਾਂ ਜਦੋਂ ਉਹ ਤਸਵੀਰ ਵਾਇਰਲ ਹੁੰਦੀ ਹੈ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕੀ ਸਾਡੀ ਸਿਆਸਤ, ਸਾਨੂੰ ਸਾਹਮਣ ਵਾਲੇ ਇਹ ਲੀਡਰ ਨੇ ਜਿਹੜੇ ਅੱਜ ਕਿਸੇ ਅਜਿਹੇ ਬਾਬੇ ਦੇ ਕਦਮਾਂ ਦੇ ਵਿੱਚ ਬੈਠੇ ਨੇ, ਜਿਹੜਾ ਜ਼ਿਆਦਾ ਨਾ ਤਾਂ ਪੜ੍ਹਿਆ ਲਿਖਿਆ, ਨਾ ਜਿਸ ਨੂੰ ਜ਼ਿਆਦਾ ਗਿਆਨ ਹੈ, ਸਿਰਫ ਉਹ ਦੁਨਿਆਵੀ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦਾ ਆ। ਕਿ ਸਾਡਾ ਭਵਿੱਖ ਤੇ ਸਾਡੇ ਬੱਚਿਆਂ ਦਾ ਭਵਿੱਖ ਇਹਨਾਂ ਲੀਡਰਾਂ ਦੇ ਹੱਥ ਦੇ ਵਿੱਚ ਆ, ਜਿਹੜਾ ਡੇਰੇ ਸਾਧ ਦੇ ਪੈਰਾਂ ਦੇ ਵਿੱਚ ਡਿੱਗਿਆ ਹੋਇਆ। ਬਿਲਕੁਲ ਸਿਮੀ, ਦੇਖੋ ਜਿਹੜੇ ਪਹਿਲੀ ਗੱਲ ਜਿਹੜੇ ਬਾਬੇ ਨੇ, ਬਾਬੇ ਬਣਦੇ ਕੌਣ ਨੇ? ਬਾਬੇ ਉਹ ਬਣਦੇ ਨੇ ਜਿਨ੍ਹਾਂ ਨੂੰ ਚਾਰ ਗੱਲਾਂ ਕਰਨੀਆਂ ਆਉਂਦੀਆਂ ਨੇ, ਖਾਸ ਕਰਕੇ ਗੱਲਾਂ ਵੇਚਣੀਆਂ ਆਉਂਦੀਆਂ ਨੇ। ਜਿਹੜੇ ਬੰਦੇ ਨੂੰ ਵੇਚਣੀਆਂ ਗੱਲਾਂ ਵੇਚਣੀਆਂ ਆਉਂਦੀਆਂ ਨੇ ਤਾਂ ਪਹਿਲਾਂ ਕਿਹਾ ਜਾਂਦਾ ਸੀਗਾ, ਜੇ ਅੱਜ ਤੋਂ ਥੋੜਾ ਟਾਈਮ ਪਿੱਛੇ ਦੀ ਗੱਲ ਕਰ ਲਈ ਜਾਵੇ ਤਾਂ ਇਲਜ਼ਾਮ ਆਪਣੇ ਪੱਤਰਕਾਰਾਂ ਤੇ ਵੀ ਲੱਗਦੇ ਰਹੇ ਨੇ ਕਿ ਭਾਈ ਪੱਤਰਕਾਰ ਉਹ ਬਣਦਾ ਜਿਹਨੂੰ ਗੱਲਾਂ ਵੇਚਣੀਆਂ ਆਉਂਦੀਆਂ ਨੇ। ਪਰ ਹੁਣ ਦੇਖਿਆ ਜਾਵੇ ਤਾਂ ਬਾਬੇ ਉਹ ਬਣਦੇ ਨੇ ਜਿਨ੍ਹਾਂ ਨੂੰ ਗੱਲਾਂ ਵੇਚਣੀਆਂ ਆਉਂਦੀਆਂ ਨੇ, ਜਿਨ੍ਹਾਂ ਨੂੰ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈਣਾ ਆਉਂਦਾਗਾ, ਲੋਕਾਂ ਨੂੰ ਮੋੜਨਾ ਆਉਂਦਾਗਾ। ਜੇ ਕਿਹਾ ਜਾਵੇ ਸ਼ਕਤੀਆਂ ਵਾਲਾ ਕੋਈ ਸਿਸਟਮ ਨਹੀਂ ਇਹਨਾਂ ਡੇਰਿਆਂ ਦੇ ਵਿੱਚ ਹੁੰਦਾ। ਬਸ ਇਹ ਆ ਕਿ ਉਹ ਬੰਦੇ ਦੀ ਨਬਜ਼ ਪੜ੍ਹ ਲੈਂਦੇ ਨੇ ਕਿ ਬੰਦੇ ਦੀ ਭਾਈ ਸੋਚਣੀ ਕੀ ਆ, ਬੰਦੇ ਤੋਂ ਹੀ ਸੁਣ ਕੇ ਗੱਲਾਂ ਕਢਵਾ ਲੈਂਦੇ ਨੇ ਕਿ ਭਾਈ ਤੁਹਾਡੇ ਮਨ ਦੇ ਅੰਦਰ ਕੀ ਚੱਲ ਰਿਹਾ, ਤੇ ਬਾਅਦ ਦੇ ਵਿੱਚ ਉਹੀ ਗੋਲ ਮੋਲ ਘੁਮਾ ਕੇ ਲੋਕਾਂ ਨੂੰ ਵੇਚਦਾ ਦੇ ਨੇ। ਤਾਂ ਆਪਣੇ ਲੋਕ ਨੇ ਜਿਹੜੇ ਖਾਸ ਕਰਕੇ ਪਿੰਡ ਵਾਲੇ ਵਿਸ਼ਵਾਸ ਕਰ ਲਾਦੇ ਨੇ ਕਿ ਬਾਬਾ ਜੀ ਜਾਣੀ ਜਾਣ ਨੇ। ਬਿਲਕੁਲ। ਦੇਖੋ, ਘਰ ਦੀ ਸੱਤਾ ਕਿਹਦੇ ਹੱਥ ਹੁੰਦੀ ਹੈ? ਘਰ ਦੀ ਸੱਤਾ ਹੁੰਦੀ ਹੈ ਤੀਵੀਂ ਦੇ ਹੱਥ, ਬਿਲਕੁਲ ਔਰਤ ਦੇ ਹੱਥ, ਹੈ ਨਾ। ਤੇ ਔਰਤ ਜਿਹੜੀ ਆ ਸਾਡੀ, ਉਹ ਪੰਜਾਬ ਦੀ ਔਰਤ ਅਜਿਹੀ ਆ ਕਿ ਉਹ ਬਹੁਤ ਜ਼ਿਆਦਾ ਛੇਤੀ ਜਿਹੜੀ ਆ ਜੇ ਕਿਹਾ ਜਾਵੇ ਕਿ ਪ੍ਰੇਮੇ ਦੇ ਵਿੱਚ ਆਉਂਦੀ ਆ, ਕਿ ਜਿਸ ਨੂੰ ਮੋਹ ਲਿਆ ਜਾਵੇ, ਜਿਸ ਨੂੰ ਕਿਸੇ ਚੀਜ਼ ਦਾ ਲਾਲਚ ਦੇ ਦਿੱਤਾ ਜਾਵੇ, ਤਾਂ ਸਭ ਤੋਂ ਪਹਿਲਾਂ ਔਰਤ ਹੀ ਜਿਹੜਾ ਕਿਨਾਰਾ ਕਰਦੀ ਆ। ਜਿੱਥੇ ਔਰਤ ਚੱਲਦੀ ਆ ਫਿਰ ਪੂਰੇ ਪਰਿਵਾਰ ਨੂੰ ਉੱਥੇ ਚੱਲਣਾ ਪੈਂਦਾ। ਜਿੱਥੇ ਔਰਤ ਚੱਲਦੀ ਆ ਫਿਰ ਮਰਦ ਵੀ ਉਧਰ ਨੂੰ ਜਾਂਦਾ ਆ, ਉਹ ਉਸ ਤੋਂ ਪਾਸਾ ਨਹੀਂ ਵੱਟ ਸਕਦਾ। ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਸਾਡੀਆਂ ਔਰਤਾਂ ਨੇ ਜਿਹੜੀਆਂ ਡੇਰੇਬਾਦ ਨੂੰ ਬੜਾਵਾ ਦੇਣ ਦੇ ਵਿੱਚ ਸਾਡੀਆਂ ਪਿੰਡ ਦੀਆਂ ਬੀਬੀਆਂ ਦਾ ਬਹੁਤ ਵੱਡਾ ਹੱਥ ਹੈ। ਜੀ ਤਾਂ ਸਿਮੀ ਹੁਣ ਦੱਸ ਦਈਏ, ਜਾਂਦੇ ਸਮਾਂ ਹੋਰ ਆਗਿਆ ਨਹੀਂ ਦਿੰਦਾ, ਪਰ ਇਹ ਜ਼ਰੂਰ ਦੱਸ ਦਈਏ ਕਿ ਪੰਜਾਬ ਦੇ ਵਿੱਚ ਚੋਣਾਂ ਖਤਮ ਹੋ ਚੁੱਕੀਆਂ ਨੇ। ਮਤਲਬ ਗੁਰਮੀਤ ਰਾਮ ਰਹੀਮ ਹੋਰਾਂ ਦਾ ਕੰਮ ਵੀ ਆ ਜਿਹੜਾ ਉਹ ਵੀ ਖਤਮ ਹੋ ਚੁੱਕਿਆ। ਤਾਂ ਹੁਣ ਤੱਕ ਪਹਿਲਾਂ ਕਿਆਸ ਜ਼ਰੂਰ ਲਗਾਏ ਜਾ ਰਹੇ ਸੀ ਕਿ ਰਾਮ ਰਹੀਮ ਦੀ ਜਿਹੜੀ ਪੈਰੋਲ ਐਕਸਟੈਂਡ ਕੀਤੀ ਜਾ ਸਕਦੀ ਆ, ਪੈਰੋਲ ਦਾ ਸਮਾਂ ਵਧਾਇਆ ਜਾ ਸਕਦਾ, ਪਰ ਹੁਣ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਪਹਿਲਾਂ ਇਹ ਸੀਗਾ ਜਦੋਂ ਸਵਾਲ ਚੁੱਕੇ ਗਏ ਸੀਗੇ ਸਿਮੀ, ਇੱਕ ਰੱਦ ਕੀਤੀ ਜਾਵੇ, ਕਿਉਂਕਿ ਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈ ਜਾਵੇ ਤਾਂ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ ਰੁੱਖ ਕੀਤਾ ਸੀਗਾ, ਮਨੋਹਰ ਲਾਲ ਖੱਟੜ ਹੋਰਾਂ ਦੇ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਸੀ ਕਿ ਰੱਦ ਕੀਤੀ ਜਾਵੇ। ਤਾਂ ਇੱਕ ਉਮੀਦਵਾਰ ਨੇ ਪਟੀਸ਼ਨ ਤੱਕ ਪਾ ਦਿੱਤੀ ਸੀ, ਪਰ ਅੱਜ ਹਾਈ ਕੋਰਟ ਦੇ ਵੱਲੋਂ ਸੁਣਵਾਈ ਹੀ ਨਹੀਂ ਕੀਤੀ ਗਈ, ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਕਿ ਹੁਣ ਤਾਂ ਰੱਦ ਕਰਨ ਦਾ ਕੋਈ ਫਾਇਦਾ ਵੀ ਨਹੀਂ ਆ, ਕਿਉਂਕਿ ਅੱਜ ਜੇ ਬਿਲਕੁਲ 6 ਦਿਨ ਬਾਕੀ ਰਹਿ ਗਏ ਨੇ ਗੁਰਮੀਤ ਰਾਮ ਰਹੀਮ ਦੀ ਪੈਰੋਲ ਦੇ, ਤਾਂ ਪਰਸੋਂ ਨੂੰ ਸੁਣਵਾਈ ਦੇ ਵਿੱਚ ਵੀ ਕੋਈ ਅਜਿਹਾ ਫੈਸਲਾ ਮੁਸ਼ਕਲ ਹੀ ਲਿਆ ਜਾਵੇਗਾ ਕਿ ਰੱਦ ਕੀਤੀ ਜਾਵੇ। ਤਾਂ 27 ਨੂੰ ਵਾਪਸੀ ਆ ਜਿਹੜੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਦੇ ਵਿੱਚ ਹੋ ਸਕਦੀ ਆ। ਤਾਂ ਇਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੀ ਜਿਹੜੀ ਜੇਲ੍ਹ ਤੋਂ ਮੁੜ ਦੁਨੀਆ ਦੇ ਵਿੱਚ ਵਾਪਸੀ ਉਦੋਂ ਹੋਣੀ ਆ ਸਿਮੀ, ਅੰਦਾਜ਼ਾ ਉਦੋਂ ਲਗਾਏ ਜਾਣਗੇ ਜਦੋਂ ਅਗਲੀ ਵਾਰ ਗੁਰਮੀਤ ਰਾਮ ਰਹੀਮ ਹੋਰੀ ਅਪੀਲ ਪਾਉਣਗੇ ਕਿ ਭਾਈ ਮੈਨੂੰ ਡਾਈ ਦੀ ਪੁੜੀ ਦੇ ਦਿੱਤੀ ਜਾਵੇ, ਮੈਂ ਦਾੜੀ ਕਾਲੀ ਕਰਵਾਉਣੀ ਆ। ਬਿਲਕੁਲ। ਇਹ ਬਹੁਤ ਵੱਡੇ ਸਵਾਲ ਵੀ ਖੜੇ ਕਰਦੀਆਂ ਨੇ ਅਜਿਹੀਆਂ ਚੀਜ਼ਾਂ, ਕਿਉਂਕਿ ਸਾਡੀ ਸਿਆਸਤ ਦੇ ਵਿੱਚ ਅਜਿਹੀਆਂ ਚੀਜ਼ਾਂ ਕਿਤੇ ਨਾ ਕਿਤੇ ਹੜਕੰਪ ਮਚਾ ਦਿੰਦੀਆਂ ਨੇ। ਆਮ ਲੋਕਾਂ ਦੇ ਵਿੱਚ ਵੀ ਸਵਾਲ ਪੈਦਾ ਹੁੰਦੇ ਨੇ। ਬੇਸ਼ੱਕ ਡੇਰਾਬਾਦ ਦਾ ਜਿਹੜਾ ਕੈਡਰ ਬਹੁਤ ਵੱਡਾ ਆ, 40 ਲੱਖ ਵੋਟ 50 ਲੱਖ ਵੋਟ ਜਿਹੜੀ ਆ ਡੇਰਾਬਾਦ ਦੇ ਹਿੱਸੇ ਆਉਂਦੀ ਆ, ਪਰ ਕਿਤੇ ਨਾ ਕਿਤੇ ਆਮ ਜਨਤਾ ਜਿਹੜੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ, ਪੜ੍ਹੀ ਲਿਖੀ ਜਨਤਾ ਆ, ਉਹ ਇਸ ਚੀਜ਼ ਨੂੰ ਲੈ ਕੇ ਦੁਖੀ ਹੁੰਦੀ ਆ, ਇਹਨਾਂ ਚੀਜ਼ਾਂ ਨੂੰ ਦੇਖ ਕੇ ਦੁਖੀ ਹੁੰਦੀ ਆ ਕਿ ਇੱਕ ਬੰਦੇ ਦੇ ਇਸ਼ਾਰੇ ਤੇ ਤੁਸੀਂ ਪੰਜਾਬ ਦੀ ਸੱਤਾ ਨੂੰ ਪਲਟ ਕੇ ਰੱਖ ਦਿੰਦੇ ਹੋ। ਤੁਸੀਂ ਪੰਜਾਬ ਦੀ ਸੱਤਾ ਨੂੰ ਅਜਿਹੇ ਲੋਕਾਂ ਦੇ ਹੱਥਾਂ ਵਿੱਚ ਦੇ ਦਿੰਦੇ ਹੋ ਜੋ ਕਿਸੇ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਜਾਂਦੀ ਆ, ਜੋ ਤੁਹਾਡਾ ਕਦੇ ਵੀ ਕੰਮ ਨਹੀਂ ਕਰਦੀ, ਜੋ ਤੁਹਾਡਾ ਕਦੇ ਵੀ ਸਹਾਰਾ ਨਹੀਂ ਬਣਦੀ। ਬਿਲਕੁਲ ਸਿਮੀ, ਪਰ ਇਸ ਗੱਲ ਨੂੰ ਸਿਮੀ ਆਪਾਂ ਨਕਾਰ ਵੀ ਨਹੀਂ ਸਕਦੇ, ਕਿਉਂਕਿ ਰਾਮ ਰਹੀਮ ਬੇਸ਼ੱਕ ਇਲਜ਼ਾਮ ਲੱਗੇ ਨੇ, ਇਹ ਰਾਮ ਰਹੀਮ ਦੇ ਦੋ ਰੂਪ ਦੇਖੇ ਗਏ ਨੇ। ਪਹਿਲਾਂ ਲੋਕ ਇੱਕ ਰੂਪ ਨੂੰ ਜਾਣਦੇ ਸੀ, ਤੇ ਜਿਹੜੇ ਹੁਣ ਤੱਕ ਰਾਮ ਰਹੀਮ ਦੇ ਨਾਲ 38 ਤੋਂ 40 ਲੱਖ ਲੋਕ ਜੁੜੇ ਹੋਏ ਨੇ, ਤਾਂ ਰਾਮ ਰਹੀਮ ਦੇ ਉਸ ਰੂਪ ਦੇ ਨਾਲ ਜੁੜੇ ਹੋਏ ਨੇ ਜਿਹੜੇ ਹਮੇਸ਼ਾ ਲੋੜ ਪੈਣ ਤੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਨੇ। ਤਾਂ ਜੇ ਗੱਲ ਕਰ ਲਈ ਜਾਵੇ ਪ੍ਰਦੂਸ਼ਣ ਦਾ ਲੈਵਲ ਵੱਧਦਾ ਜਾ ਰਿਹਾ, ਪਰ
ਪੂਰੇ ਭਾਰਤ ਦੇ ਵਿੱਚ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਸਿਮੀ, ਪੂਰੇ ਭਾਰਤ ਦੇ ਵਿੱਚ ਬੂਟੇ ਲਾਉਣ ਦੀ ਮੁਹਿੰਮ ਸਭ ਤੋਂ ਪਹਿਲਾਂ ਕਿਹਨੇ ਸ਼ੁਰੂ ਕੀਤੀ? ਡੇਰਾ ਸਿਰਸਾ ਦੇ ਵੱਲੋਂ। ਹੁਣ ਵੀ ਇਹ ਡੇਰਾ ਸਿਰਸਾ ਦੇ ਕਿਸੇ ਪ੍ਰੇਮੀ ਦੇ ਕੋਈ ਜਨਮ ਦਿਨ ਹੁੰਦਾ ਜਾਂ ਕੋਈ ਵੀ ਫੰਕਸ਼ਨ ਹੁੰਦਾ, ਕੁਝ ਵੀ ਹੁੰਦਾ, ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਚੰਗਾ ਕੰਮ ਕੀਤਾ ਜਾਂਦਾ। ਚੰਗਾ ਕੰਮ ਕੀ ਕੀਤਾ ਜਾਂਦਾ ਕਿ ਇੱਕ ਬੂਟਾ ਲਾਇਆ ਜਾਂਦਾਗਾ, ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਉਦਮ ਕੀਤੇ ਜਾਂਦੇ ਨੇਗੇ। ਇਹ ਵੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਕਿਸੇ ਡੇਰਾ ਪ੍ਰੇਮੀ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਉਸਦੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਜਾਂ ਕੋਈ ਪ੍ਰੋਬਲਮ ਬਹੁਤ ਵੱਡੀ ਆ ਜਾਂਦੀ ਹੈ, ਤਾਂ ਡੇਰਾ ਪ੍ਰੇਮੀ ਸਿਰਫ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਤੇ ਹਜ਼ਾਰਾਂ ਡੇਰਾ ਪ੍ਰੇਮੀ ਉਸਦੀ ਮਦਦ ਕਰਨ ਦੇ ਲਈ ਪਹੁੰਚ ਜਾਂਦੇ ਨੇ। ਉਹ ਸਰਕਾਰਾਂ ਤੋਂ ਮਦਦ ਨਹੀਂ ਮੰਗਦੇ। ਸਭ ਤੋਂ ਵੱਡੀ ਗੱਲ ਹੈ ਕਿ ਡੇਰਾ ਪ੍ਰੇਮੀ ਕਦੇ ਸਰਕਾਰਾਂ ਤੋਂ ਮਦਦ ਮੰਗਦੇ ਮੈਂ ਅੱਜ ਤੱਕ ਨਹੀਂ ਵੇਖਿਆ। ਜਦੋਂ ਵੀ ਦੇਖੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ ਤੇ ਡੇਰਾ ਪ੍ਰੇਮੀ ਉਹਨਾਂ ਦੀ ਮਦਦ ਕਰਨ ਦੇ ਲਈ ਪਹੁੰਚ ਜਾਂਦੇ ਨੇ। ਬਿਲਕੁਲ ਸਿਮੀ, ਮੈਂ ਜਾਂਦੇ ਹੋਏ ਇੱਕ ਗੱਲ ਜ਼ਰੂਰ ਕਹੂੰਗਾ ਕਿ ਡੇਰਾ ਪ੍ਰੇਮੀਆਂ ਨੇ ਅੱਜ ਤੱਕ ਸਰਕਾਰ ਦੇ ਕੋਲੋਂ ਮਦਦ ਨਹੀਂ ਮੰਗੀ, ਪਰ ਹਰ 5 ਸਾਲਾਂ ਬਾਅਦ ਸਰਕਾਰ ਜਿਹੜੇ ਲੀਡਰ ਨੇ ਉਹ ਡੇਰਾ ਪ੍ਰੇਮੀਆਂ ਤੋਂ ਮਦਦ ਜ਼ਰੂਰ ਮੰਗਦੇ ਨੇ। ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਰਵਾਂਗੇ। ਇਸ ਤਰ੍ਹਾਂ ਦੀਆਂ ਹੋਰ ਰੋਚਕ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ। ਉਦੋਂ ਤੱਕ ਸਾਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਯਾਰ ਉਹ ਲਾਣਾ ਸੀਗਾ ਇੱਥੇ।